Guru Vaheguru 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 ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ, ਜੋ ਆਪਾਂ ਨੂੰ ਹਾਂਜੀ ਸਤਿਗੁਰਾਂ ਨੇ ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਉਪਦੇਸ਼ ਦਿੱਤਾ ਹੈ, ਜਿੰਨਾ ਵੀ ਜੋ ਉਪਦੇਸ਼ ਹੈ ਉਹ ਆਪਣੀ ਸੁਰਤੀ ਆਪਣੇ ਮਨ ਨੂੰ ਦਿੱਤਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਨ ਨੂੰ ਸਮਝਾਉਂਦੇ ਕਿ ਹੁਣ ਸਾਨੂੰ ਮੌਕਾ, ਸਾਨੂੰ ਵਾਰੀ ਮਿਲੀ ਹੈ ਪਰਮਾਤਮਾ ਨਿਰੰਕਾਰ ਵਾਹਿਗੁਰੂ ਦੇ ਨਾਲ ਮਿਲਾਪ ਕਰਨ ਵਾਸਤੇ। ਫਰਮਾਉਂਦੇ ਨੇ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਕਿ ਹੁਣ ਸਾਡੇ ਕੋਲ ਵੇਲਾ ਹੈ, ਹੁਣ ਸਾਡੇ ਕੋਲ ਸਮਾਂ ਹੈ, ਹੁਣ ਆਪਾਂ ਮਿਲ ਸਕਦੇ ਹਾਂ। ਰਸਤੇ ਵਿੱਚ ਕੀ ਕੀ ਰੁਕਾਵਟਾਂ ਆਉਂਦੀਆਂ ਨੇ, ਉਸ ਰੁਕਾਵਟਾਂ ਨੂੰ ਕਿਵੇਂ ਆਪਾਂ ਪਾਸੇ ਕਰਨਾ ਹੈ, ਉਹ ਫਿਰ ਆਪਾਂ ਨੂੰ ਸਾਰਾ ਗੁਰਬਾਣੀ ਗੁਰੂ ਵਿੱਚ ਭੇਜ ਦਿੱਤਾ ਗਿਆ। ਹੁਣ ਆਪਾਂ ਵੀ ਜਦੋਂ ਸਤ ਸੰਗਤ ਕਰਦੇ ਹਾਂ, ਇਸ ਮਾਰਗ ਦੇ ਉੱਤੇ ਚੱਲਦੇ ਹਾਂ, ਫਿਰ ਆਪਣੇ ਰਸਤੇ ਵਿੱਚ ਆਪਾਂ ਨੂੰ ਕੋਈ ਰੁਕਾਵਟ ਆਉਂਦੀ ਹੈ ਜਾਂ ਆਪਾਂ ਨੂੰ ਕਿਤੋਂ ਨਹੀਂ ਪਤਾ ਲੱਗਦਾ, ਤੇ ਉਹ ਆਪਾਂ ਫਿਰ ਸਾਰਿਆਂ ਨੇ ਮਿਲ ਕੇ ਵਿਚਾਰ ਕਰਨੀ ਹੁੰਦੀ ਹੈ। ਇਸੇ ਲਈ ਫਿਰ ਆਪਾਂ ਇਹ ਸੰਗਤ ਰੂਪ ਦੇ ਵਿੱਚ ਇਕੱਠੇ ਹੁੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਆਪਾਂ ਨੂੰ ਹੁਣ ਸਮਝਾਉਂਦੇ ਵੀ ਜਦੋਂ ਆਪਾਂ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਬੈਠਦੇ ਹਾਂ, ਜੁੜਦੇ ਹਾਂ, ਕੁਝ ਸੁਣੋ ਤੇ ਕੁਝ ਆਖੋ। ਇਹਦੇ ਨਾਲ ਫਿਰ ਆਪਾਂ ਨੂੰ ਗਿਆਨ 'ਚ ਵਾਧਾ ਹੁੰਦਾ ਤੇ ਆਪਾਂ ਨੂੰ ਪਤਾ ਲੱਗਦਾ ਹੈ ਵੀ ਕਿਵੇਂ ਆਪਣੇ ਮਨ ਨੇ ਫਿਰ ਅੱਗੇ ਚੱਲਣਾ ਹੈ। ਸੋ ਆਓ ਹੁਣ ਸਾਰੇ ਗੁਰਮੁਖ ਜਿੰਨੇ ਵੀ ਆਪਾਂ ਸਿਮਰਨ ਅਭਿਆਸ ਕਰ ਰਹੇ ਹਾਂ, ਇਸ ਮਾਰਗ ਦੇ ਉੱਤੇ ਚੱਲ ਰਹੇ ਹਾਂ, ਕਿਸੇ ਵੀ ਗੁਰਮੁਖ ਦਾ ਜੇ ਕੋਈ ਸਵਾਲ ਹੈ ਜਾਂ ਕਿਤੋਂ ਨਹੀਂ ਸਮਝ ਲੱਗਦੀ, ਉਹ ਤੁਸੀਂ ਪੁੱਛ ਲਓ। ਕਿਸੇ ਵੀ ਗੁਰਮੁਖ ਪਿਆਰੇ ਦਾ, ਭੈਣ ਦਾ ਕੋਈ ਵੀ ਸਵਾਲ ਹੈ ਜਾਂ ਮਨ ਦੇ ਵਿੱਚ ਆਪਣੀ ਸ਼ੰਕਾ ਹੈ, ਉਹ ਤੁਸੀਂ ਬੇਝਿਜਕ ਹੋ ਕੇ ਜਿਹੜਾ ਸਵਾਲ ਹੈ ਉਹ ਤੁਸੀਂ ਪੁੱਛ ਲਓ। ਵਾਹਿਗੁਰੂ।
ਕਿਸੇ ਵੀ ਗੁਰਮੁਖ ਦਾ ਵਾਹਿਗੁਰੂ ਕੋਈ ਸਵਾਲ ਹੈ ਉਹ ਤੁਸੀਂ ਪੁੱਛ ਲਓ ਜੀ। ਵਾਹਿਗੁਰੂ। ਹਾਂਜੀ ਜੀ ਇਹ ਜੋ ਮੈਂ ਸਵਾਲ ਪੁੱਛਣ ਲੱਗੀ ਹਾਂ, ਇਹ ਪਹਿਲੇ ਬਹੁਤ ਵਾਰੀ ਦੱਸ ਚੁੱਕੇ ਨੇ ਜੋ ਵੀਰ ਜੀ ਕਥਾ ਕਰਦੇ ਨੇ, ਜੋ ਵੀ ਗੁਰਮੁਖ ਪਿਆਰੇ। ਹਾਂਜੀ ਬਟ ਵੀਰ ਜੀ ਜੋ ਨਈ ਸੰਗਤ ਜੁੜੀ ਹੈ ਨਾ, ਉਸ ਲਈ ਬਹੁਤ ਇਸਦਾ ਮਤਲਬ ਲਾਹਾ ਲੈਣਗੇ ਉਹ। ਕਈਆਂ ਨੂੰ ਜੋ ਦੇਰ ਬਾਅਦ ਜੁੜੇ ਸੰਗਤ ਜੀ ਵੀਰ ਜੀ, ਜੋ ਅਸੀਂ ਗੁਰਮੰਤਰ ਜਪਣ ਤੋਂ ਬਾਅਦ ਜੋ ਅੰਦਰ ਦੀ ਯਾਤਰਾ ਹੋਣੀ ਹੈ ਸਾਡੀ ਜੀ, ਉਹ ਕਿਵੇਂ ਸ਼ੁਰੂ ਹੋਣੀ, ਕੀ ਪੜਾਅ ਹੈਗੇ ਆ, ਤੇ ਹਰਜੀ ਨਾਲ ਮੇਲ ਕਿੱਥੇ ਹੋਣਾ ਹੈ, ਤੇ ਹਰਜੀ ਸਾਡੇ ਸਰੀਰ ਵਿੱਚ ਮਤਲਬ ਜਿਵੇਂ ਸਾਨੂੰ ਦੱਸਿਆ ਸੀ ਅਸੀਂ ਈੜਾ, ਪਿੰਗਲਾ ਔਰ ਸੁਖਮਨਾ 3 ਨਾੜਾਂ ਸਾਡੇ ਪਿੱਛੇ ਜੋ ਰੀੜ੍ਹ ਦੀ ਹੱਡੀ ਹੁੰਦੀ ਹੈ ਉਸ ਵਿੱਚ 6 ਛੇਦ ਹੁੰਦੇ ਆ, ਤੇ ਉਸਦਾ ਮਤਲਬ ਉਹਦਾ ਜਿਹੜਾ ਜਿੱਥੋਂ ਮਿਲਦੀਆਂ ਨੇ ਉਹ ਸਾਡੇ ਮਸਤਕ ਦੇ ਵਿੱਚ ਜਿਹੜੀ ਜਗ੍ਹਾ ਹੈਗੀ ਹੈ, ਉੱਥੇ ਸਾਨੂੰ ਦਸਮ ਦੁਆਰ ਖੁੱਲ੍ਹਦਾ ਹੈ ਤੇ ਉੱਥੇ ਸਾਨੂੰ ਹਰਜੀ ਦੇ ਦਰਸ਼ਨ ਹੁੰਦੇ ਨੇ। ਇਸ ਚੀਜ਼ ਨੂੰ ਨਾ ਸਾਨੂੰ ਮਤਲਬ ਦੁਬਾਰਾ ਤੋਂ ਥੋੜਾ ਪ੍ਰਕਾਸ਼ ਕਰ ਦਿਓ ਕਿ ਇਹ ਜਿਹੜੀ ਇਹ ਗੁਰਮੰਤਰ ਅਸੀਂ ਜਪਦੇ ਹਾਂ, ਗੁਰਮੰਤਰ ਦੇ ਅਭਿਆਸ ਨਾਲ ਕਿਵੇਂ ਕਿਵੇਂ ਸਟੈਪ ਬਾਈ ਸਟੈਪ ਅਸੀਂ ਕਿਵੇਂ ਉਸ ਮਤਲਬ ਜੋ ਸਾਡਾ ਅਲਟੀਮੇਟਲੀ ਜੋ ਸਾਡਾ ਜੋ ਹਰਜੀ ਨਾਲ ਮੇਲ ਹੈ ਉਹ ਕਿਵੇਂ ਸੱਤ ਬੱਚਾ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਨੇ ਜੀ ਵੀ ਇਹ ਜੋ ਆਪਾਂ ਸਿਮਰਨ ਅਭਿਆਸ ਕਰ ਰਹੇ ਹਾਂ, ਇਹ ਸਿਮਰਨ ਆਪਾਂ ਇਸੇ ਕਰਕੇ ਕਰਦੇ ਹਾਂ ਵੀ ਸਾਡਾ ਜਿਹੜਾ ਮਨ ਵਿਚਾਰਾਂ 'ਚ ਫੁਰਨਿਆਂ ਦੇ ਵਿੱਚ ਇਹ ਵਿਚਾਰਾਂ ਫੁਰਨਿਆਂ ਤੋਂ ਰਹਿਤ ਹੋ ਜੇ। ਹੁਣ ਜਦੋਂ ਆਪਣਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋਏਗਾ, ਫਿਰ ਇਹ ਜਿਹੜੀ ਪੌਣ ਹੈ, ਪੌਣ ਦੁਆਰਾ ਇੱਧਰ ਸਾਰਾ ਖੇਲ ਚੱਲਦਾ ਹੈ। ਇਸ ਲੋਕ ਦਾ ਜੋ ਗੁਰੂ ਹੈ ਉਹ ਪੌਣ ਹੈ, ਜੋ ਮਹਾਰਾਜ ਆਪਾਂ ਨੂੰ ਫਰਮਾਉਂਦੇ ਰੋਜ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਥ। ਜੋ ਆਪਣਾ ਦੇਸ਼ ਹੈ ਪਰਲੋਕ, ਉਸ ਦਾ ਜੋ ਗੁਰੂ ਹੈ ਉਹ ਸ਼ਬਦ ਹੈ, ਉਧਰ ਸ਼ਬਦ ਦੁਆਰਾ ਖੇਲ ਚੱਲਦਾ ਹੈ। ਮਹਾਰਾਜ ਫਰਮਾਉਂਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਜਿਉਂ ਹੀ ਆਪਣਾ ਮਨ ਪਰਲੋਕ ਦੇ ਵਿੱਚੋਂ ਆਉਂਦਾ ਹੈ, ਸ਼ਬਦ ਦੁਆਰਾ ਆਪਾਂ ਇੱਧਰ ਆਉਂਦੇ ਹਾਂ। ਸ਼ਬਦ ਨੂੰ ਛੱਡ ਕੇ ਸਾਡਾ ਮਨ ਜਦੋਂ ਇੱਧਰ ਪੌਣ ਦੇ ਵਿੱਚ ਪ੍ਰਵੇਸ਼ ਹੁੰਦਾ ਹੈ, ਫਿਰ ਇਹ ਪੌਣ ਨੂੰ ਵੀ ਛੱਡ ਕੇ ਤਰਲੋਕੀ ਦੇ ਵਿੱਚ ਚਲਾ ਜਾਂਦਾ ਹੈ, ਤ੍ਰੈ ਗੁਣਾਂ ਦੇ ਵਿੱਚ, ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਜਿੱਥੇ ਫਿਰ ਸਾਡਾ ਪੌਣ ਦੇ ਨਾਲ ਵੀ ਸੰਬੰਧ ਨਹੀਂ ਰਹਿੰਦਾ। ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਸਾਨੂੰ ਸਵਾਸ ਦੇਣ ਵਾਲਾ ਕੌਣ ਹੈ, ਜਾਂ ਸਾਨੂੰ ਸਵਾਸ ਆ ਰਿਹਾ ਜਾਂ ਜਾ ਰਿਹਾ, ਉਹਦੀ ਵੀ ਸਾਨੂੰ ਖਬਰ ਨਹੀਂ ਰਹਿੰਦੀ ਹੈ। ਹੁਣ ਇਹ ਜਿਹੜਾ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਸਭ ਤੋਂ ਪਹਿਲਾਂ ਹੁਣ ਅਸੀਂ ਪੌਣ ਦੇ ਵਿੱਚ ਮਿਲਣਾ, ਸਾਡੇ ਮਨ ਨੇ ਪੌਣ ਦੇ ਵਿੱਚ ਜਦੋਂ ਮਿਲਾਂਗੇ ਆਪਾਂ, ਇਹ ਜਦੋਂ ਸਾਸ ਗਿਰਾ ਸਿਮਰਨ ਕਰਦੇ ਹਾਂ, ਪੌਣ ਸਵਾਸ ਅੰਦਰ ਜਾਂਦੇ ਫਿਰ ਬਾਹਰ ਆਉਂਦੇ ਨੇ। ਫਿਰ ਇਹ ਜਿਹੜੀ ਪੌਣ ਹੈ, ਇਹ ਪੌਣ ਦੁਆਰਾ ਹੀ ਆਪਣੇ 2 ਦਰ ਨੇ, ਜਿੱਥੇ ਜਾ ਕੇ ਸਾਡੇ ਮਨ ਨੇ ਆਸਣ ਲਾਉਣਾ, ਜਿੱਥੋਂ ਸਾਨੂੰ ਫਿਰ ਮਾਲਕ ਇਹ ਸਾਡੇ ਖੇਲ ਨੂੰ ਦੇਖਦਾ ਹੈ। 2 ਸਿਰੇ ਨੇ, ਇੱਕ ਸਿਰਾ ਹੈ ਜਿੱਥੇ ਪੌਣ ਜਾ ਕੇ ਜਦੋਂ ਆਪਣਾ ਸਵਾਸ ਅੰਦਰ ਜਾਂਦਾ ਹੈ, ਨਾਭੀ ਤੱਕ ਜਾਂਦਾ ਹੈ, ਨਾਭੀ ਨਾਲ ਟਕਰਾ ਕੇ ਫਿਰ ਵਾਪਸ ਆਉਂਦਾ ਹੈ। ਇੱਥੇ ਥੋੜ੍ਹੀ ਜਿਹੀ ਪੌਣ ਰੁਕਦੀ ਹੈ। ਤੇ ਦੂਸਰਾ ਸਿਰਾ ਹੈ ਜਦੋਂ ਆਪਣੇ ਇਹ ਜਿਹੜੇ ਨੱਕ ਰਾਹੀਂ ਆਪਾਂ ਸਵਾਸ ਲੈਂਦੇ ਹਾਂ, ਇੱਥੋਂ ਸਵਾਸ ਥੱਲੇ ਨੂੰ ਅੰਦਰ ਜਾਂਦੇ ਨੇ ਤੇ ਉੱਪਰ ਥੋੜ੍ਹੀ ਜਿਹੀ ਪੌਣ ਰੁਕਦੀ ਹੈ। ਇਹਨਾਂ ਨੂੰ 2 ਸਿਰਿਆਂ ਦਾ ਨਾਮ ਦਿੱਤਾ ਹੈ। ਇਹਨਾਂ 2 ਸਿਰਿਆਂ ਦਾ ਜਿਹੜਾ ਸਵਾਮੀ ਮਾਲਕ ਉਹ ਆਪ ਹੈ। ਜੋ ਮਹਾਰਾਜ ਫਰਮਾਉਂਦੇ 2 ਸਿਰਿਆਂ ਕਾ ਆਪ ਸਵਾਮੀ ਖੇਲੇ ਬੈਕਸੇ ਅੰਤਰਜਾਮੀ। ਹੁਣ ਆਪਾਂ ਜਦੋਂ ਪੌਣ ਦੇ ਵਿੱਚ ਮਿਲ ਕੇ ਇਹ ਸਿਮਰਨ ਕਰਦੇ ਹਾਂ, ਫਿਰ ਆਪਾਂ ਇੱਧਰ ਦਰ ਦੇ ਉੱਤੇ ਇੱਥੇ ਫਿਰ ਸਾਡੇ ਮਨ ਨੇ ਪੌਣ ਤੋਂ ਅਲੱਗ ਹੋ ਕੇ ਬੈਠਣਾ ਹੁੰਦਾ ਹੈ। ਜਦੋਂ ਹੁਣ ਆਪਾਂ ਸਿਮਰਨ ਅਭਿਆਸ ਕਰਦੇ ਕਰਦੇ ਬਿਲਕੁਲ ਸਹਿਜ ਦੇ ਵਿੱਚ ਚਲੇ ਜਾਂਦੇ, ਮਨ ਨੂੰ ਵਿਚਾਰਨ ਤੋਂ ਫੁਰਨਿਆਂ ਤੋਂ ਰਹਿਤ ਕਰ ਲੈਂਦੇ ਹਾਂ। ਫਿਰ ਜਦੋਂ ਆਪਾਂ ਇੱਥੇ ਨਾਭ ਘਾਟ ਤੇ ਆਸਣ ਲਾਉਂਦੇ ਹਾਂ, ਇੱਥੋਂ ਵੀ ਸ਼ਬਦ ਪ੍ਰਗਟ ਹੁੰਦਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ ਨਾਭ ਪਵਨ ਕਰ ਆਸਣ ਵੈਸੇ ਗੁਰਮੁਖ ਖੋਜਤ ਸ਼ਬਦ ਲਹੇ। ਵੀ ਇੱਥੇ ਵੀ ਫਿਰ ਅਸੀਂ ਉਹ ਸ਼ਬਦ ਨੂੰ ਪਕੜਨਾ, ਇੱਥੇ ਵੀ ਉਹ ਸ਼ਬਦ ਨਾਮ ਪ੍ਰਗਟ ਹੁੰਦਾ ਹੈ।
ਤੇ ਜੋ ਆਪਣੇ ਮਸਤਕ ਹੈ, ਇਹ ਜੋ ਆਪਣੇ ਨੱਕ ਤੋਂ ਉੱਪਰ ਇੱਥੇ ਵੀ ਥੋੜੀ ਜਿਹੀ ਪੌੜ ਰੁਕਦੀ ਹੈ, ਇਸ ਨੂੰ ਸਹਿਜ ਘਾਟ ਦਾ ਨਾਮ ਦਿੱਤਾ ਹੈ। ਇੱਥੇ ਜਦੋਂ ਆਪਣਾ ਮਨ ਆਸਣ ਲਾ ਕੇ ਬਹਿੰਦਾ ਹੈ, ਇੱਥੋਂ ਵੀ ਫਿਰ ਉਹ ਸ਼ਬਦ ਪ੍ਰਗਟ ਹੁੰਦਾ ਹੈ, ਜਿਸ ਨੂੰ ਫਿਰ ਮਹਾਰਾਜ ਗੁਰਬਾਣੀ 'ਚ ਫਿਰ ਆਪਾਂ ਨੂੰ ਕਹਿੰਦੇ ਨੇ ਵੀ ਇਹ ਜਿਹੜੀਆਂ ਦੋ ਸੁਰਾਂ ਨੇ, ਇਹਨਾਂ ਨੂੰ ਗੰਗਾ ਤੇ ਜਮਨਾ ਦਾ ਵੀ ਨਾਮ ਦਿੱਤਾ ਹੈ। ਇਹਨਾਂ ਦੇ ਸੈਂਟਰ ਦੇ ਵਿੱਚ ਹੈ ਉਹ ਸੁਖਮਨਾ, ਜਿਸ ਨੂੰ ਮਹਾਰਾਜ ਕਹਿੰਦੇ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ ਤਹਾਂ ਕਬੀਰੇ ਮਟ ਕੀਆ ਖੋਜਤ ਮੁਨ ਜਨ ਬਾਟ। ਜਦੋਂ ਆਪਣਾ ਮਨ ਇੱਥੇ ਆਸਣ ਲਾ ਕੇ ਬਹਿੰਦਾ ਹੈ, ਇੱਥੋਂ ਵੀ ਫਿਰ ਉਹ ਸ਼ਬਦ ਪ੍ਰਗਟ ਹੁੰਦਾ ਤੇ ਸਾਡੇ ਘਰ ਨੂੰ ਰਸਤਾ ਜਾਂਦਾ ਹੈ। ਫਿਰ ਜਦੋਂ ਆਪਾਂ ਨੂੰ ਸਮਝਾਉਂਦੇ ਵੀ ਇਸ ਦੋ ਸਿਰਿਆਂ ਦੇ ਉੱਤੇ ਸਾਡੇ ਮਨ ਨੇ ਆਸਣ ਲਾ ਕੇ ਬੈਠਣਾ, ਤੇ ਜਿੱਥੇ ਵੀ ਸਾਨੂੰ ਸੌਖਾ ਲੱਗਦਾ, ਜਿੱਧਰ ਵੀ ਸਾਡਾ ਮਨ ਹੈ ਜਿਹੜਾ ਬੈਠਦਾ ਹੈ, ਉਥੋਂ ਫਿਰ ਇਹ ਸ਼ਬਦ ਪ੍ਰਗਟ ਹੁੰਦਾ ਹੈ। ਜਿਵੇਂ ਨਾਭ ਘਾਟ ਤੇ ਜਦੋਂ ਆਪਾਂ ਆਸਣ ਲਾਉਂਦੇ ਹਾਂ, ਇੱਥੇ ਜਦੋਂ ਆਸਣ ਲਾਉਂਦੇ ਹਾਂ, ਇੱਥੋਂ ਫਿਰ ਉਹ ਸ਼ਬਦ ਪ੍ਰਗਟ ਹੁੰਦਾ ਤੇ ਨਾਲ ਹੀ ਫਿਰ ਇੱਥੋਂ ਪ੍ਰਕਾਸ਼ ਹੁੰਦਾ ਹੈ। ਜਿਹੜੀ ਆਪਣੇ ਅੰਦਰ ਆਤਮਾ ਹੈ, ਜਿਸ ਨੂੰ ਸਤਿਪੁਰਖ ਸਤਿਗੁਰੂ ਦਾ ਨਾਮ ਦਿੱਤਾ ਹੈ, ਉਸ ਆਤਮਾ ਦਾ ਜੋ ਪ੍ਰਕਾਸ਼ ਹੈ, ਉਹ ਆਪਣੇ ਫਿਰ ਇਹ ਜੋ ਸੁਖਮਨ ਨਾੜੀ ਹੈ, ਇਸ ਰਾਹੀਂ ਪ੍ਰਕਾਸ਼ ਆਪਣੇ ਨਾਭ ਘਾਟ ਤੱਕ ਆਉਂਦਾ ਹੈ। 10ਵੇਂ ਦੁਆਰ ਦੇ ਵਿੱਚ ਜ਼ਿਆਦਾ ਪ੍ਰਕਾਸ਼ ਹੈ, ਉੱਥੋਂ ਫਿਰ ਪ੍ਰਕਾਸ਼ ਹੁੰਦਾ ਹੋਇਆ ਇਹ ਸੁਖਮਨ ਨਾੜੀ ਰਾਹੀਂ ਆਪਣੀ ਇਸ ਨਾਭ ਘਾਟ ਤੱਕ ਆਉਂਦਾ ਹੈ। ਹੁਣ ਉਹ ਜੋ ਸੁਖਮਨ ਨਾੜੀ ਹੈ, ਉਹਦੇ ਵਿੱਚ ਬਲੱਡ ਨਹੀਂ ਹੁੰਦਾ, ਉਹਦੇ ਵਿੱਚ ਪ੍ਰਕਾਸ਼ ਚੱਲਦਾ ਹੈ, ਤੇ ਉਹ ਪ੍ਰਕਾਸ਼ ਹੈ ਜਿਹੜਾ ਉਸ ਫਿਰ ਸੁਖਮਨ ਨਾੜੀ ਦੇ ਵਿੱਚ ਜਿਹੜੇ ਛੇਕ ਹੁੰਦੇ ਨੇ, ਪਰ ਉਹ ਸੁੰਗੜੇ ਹੁੰਦੇ ਨੇ, ਜਿਵੇਂ ਮਾਤਾ ਦਾ ਦੁੱਧ ਹੁੰਦਾ ਹੈ, ਇਸੇ ਤਰ੍ਹਾਂ ਉਹ ਛੇਕ ਸੁੰਗੜੇ ਨੇ। ਜਦੋਂ ਫਿਰ ਆਪਣਾ ਇਹ ਸਰੀਰ ਹੈ ਜਿਹੜਾ, ਜੋ ਦਿਲ ਹੈ, ਜਦੋਂ ਇਹ ਪੰਪ ਕਰਦਾ ਹੈ, ਨਾਲ ਜਿਹੜੀਆਂ ਨਾੜੀਆਂ ਸਾਰੀਆਂ ਹਰਕਤ 'ਚ ਆਉਂਦੀਆਂ, ਫਿਰ ਉਹ ਸੁਖਮਨ ਨਾੜੀ ਵੀ ਹਰਕਤ 'ਚ ਆਉਂਦੀ ਹੈ। ਉਹ ਫਿਰ ਛੇਕ ਨੇ ਜਿਹੜੇ 5 ਉਹ ਖੁੱਲ੍ਹਦੇ ਨੇ ਤੇ ਉਹਨਾਂ ਦੇ ਵਿੱਚੋਂ ਪ੍ਰਕਾਸ਼ ਨਿਕਲਦਾ, ਤੇ ਨਾਲ ਹੀ ਫਿਰ ਉਹ ਸ਼ਬਦ ਪ੍ਰਗਟ ਹੁੰਦੇ ਨੇ ਅਨਹਦ, ਜਿਸ ਨੂੰ ਫਿਰ ਗੁਰਬਾਣੀ 'ਚ ਮਹਾਰਾਜ ਕਹਿੰਦੇ ਨੇ ਜਿਹ ਝਿਲ ਮਿਲ ਕਾਰ ਦਿਸੰਤਾ ਤਹ ਅਨਹਦ ਸ਼ਬਦ ਬੇਅੰਤ। ਉਹ ਫਿਰ ਜਦੋਂ ਪ੍ਰਕਾਸ਼ ਉੱਥੋਂ ਨਿਕਲਦਾ ਹੈ, ਉਸ ਪ੍ਰਕਾਸ਼ ਨੂੰ ਕਹਿੰਦੇ ਨੇ ਬ੍ਰਹਮ ਅਗਨ, ਜਿਸ ਅਗਨ ਦੁਆਰਾ ਫਿਰ ਆਪਣਾ ਜਿਹੜਾ ਇਹ ਸਰੀਰ ਹੈ, ਇਹ ਗਰਮੈਸ਼ ਵਿੱਚ ਰਹਿੰਦਾ ਹੈ, ਜਿੰਨੀ ਲੋੜ ਹੈ ਓਨੀ ਫਿਰ ਉਹ ਅਗਨ ਹੈ ਜਿਹੜੀ ਉਹ ਪ੍ਰਗਟ ਹੁੰਦੀ ਰਹਿੰਦੀ ਹੈ। ਜਦੋਂ ਫਿਰ ਇਹ ਆਪਾਂ ਸਿਮਰਨ ਅਭਿਆਸ ਕਰਦੇ ਹਾਂ, ਸ਼ਬਦ ਦੀ ਚੋਟ ਮਾਰਦੇ ਹਾਂ, ਉਹ ਫਿਰ ਅਗਨ ਥੋੜੀ ਜ਼ਿਆਦਾ ਪ੍ਰਗਟ ਹੁੰਦੀ ਹੈ। ਉਸ ਅਗਨ ਦੇ ਨਾਲ ਹੀ ਫਿਰ ਇਹ ਜਿਹੜਾ ਕਾਲ ਦਾ ਜਾਲ ਹੈ, ਜਿਹੜਾ ਸਾਡੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਤੇ ਪਿਆ ਹੈ, ਉਹ ਫਿਰ ਬ੍ਰਹਮ ਅਗਨ ਹੀ ਇਸ ਜਾਲ ਨੂੰ ਸਾੜਦੀ ਹੈ। ਮਹਾਰਾਜ ਫਰਮਾਉਂਦੇ ਨੇ ਕਾਲ ਜਾਲ ਬ੍ਰਹਮ ਅਗਨੀ ਜਾਰੀ, ਵੀ ਉਹ ਜੋ ਬ੍ਰਹਮ ਅਗਨ ਹੈ, ਕਾਲ ਦਾ ਜਿਹੜਾ ਜਾਲ ਪਿਆ ਹੁੰਦਾ, ਉਹ ਜਾਲ ਨੂੰ ਸਾੜ ਦਿੰਦੀ ਹੈ ਜਦੋਂ ਉਹ ਸਾਡੇ ਅੰਦਰ ਸਾਨੂੰ ਪ੍ਰਗਟ ਕਰਨੀ ਆ ਜਾਂਦੀ ਹੈ। ਫਿਰ ਆਪਾਂ ਨੂੰ ਸਮਝਾਉਂਦੇ ਨੇ ਵੀ ਇੱਥੋਂ ਨਾਲ ਹੀ ਫਿਰ ਉਹ ਅਨਹਦ ਸ਼ਬਦ ਨੇ ਜਿਹੜੇ ਉਹ ਪ੍ਰਗਟ ਹੁੰਦੇ ਨੇ। ਫਿਰ ਉਸ ਅਨਹਦ ਸ਼ਬਦ ਨੂੰ ਹੀ ਬੇੜਾ ਆਖੀਏ, ਜਹਾਜ਼ ਬੋਹਿਤ, ਜਿਹਦੇ ਉੱਤੇ ਸਾਡੀ ਸੁਰਤੀ ਨੇ ਸਵਾਰ ਹੋ ਕੇ ਫਿਰ ਇਹ ਭਵ ਸਾਗਰ ਨੂੰ ਪਾਰ ਕਰਕੇ ਆਪਣੇ ਘਰ ਵਾਪਸ ਜਾਣਾ ਹੁੰਦਾ ਹੈ, ਜਿਸ ਨੂੰ ਮਹਾਰਾਜ ਫਿਰ ਗੁਰਬਾਣੀ 'ਚ ਦੱਸਦੇ ਸਤਿਗੁਰ ਹੈ ਬੋਹਿਥਾ ਸ਼ਬਦ ਲਗਾਵਣ ਹਾਰ, ਤਿੱਥੇ ਪਾਉਣ ਨਾ ਪਾਪ ਕੋ ਨਾ ਜਲ ਨਾ ਆਕਾਰ, ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉ ਲੈ ਬੁਲਾਏ, ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਏ। ਕਿ ਜਿਹੜੇ ਗੁਰਮੁਖ ਸੀ ਉਹ ਫਿਰ ਪਾਰ ਹੋ ਗਏ ਇਸ ਬੇੜੇ ਉੱਤੇ ਸਵਾਰ ਹੋ ਕੇ, ਤੇ ਆਪਾਂ ਨੂੰ ਵੀ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਵੀ ਇਹ ਹੈ ਜਿਹੜਾ ਸਾਡੇ ਫਿਰ ਇਹ ਪੱਛਮ ਵਾਲੇ ਪਾਸੇ ਇੱਥੋਂ ਫਿਰ ਰਸਤਾ ਜਾਂਦਾ ਹੈ ਆਪਣੇ ਥਿਰ ਘਰ ਨਿਜ ਘਰ ਨੂੰ, ਜਿਸ ਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਦੱਸਦੇ ਨੇ ਵੀ ਇੱਥੇ ਫਿਰ ਜਦੋਂ ਅਸੀਂ ਆਸਣ ਲਾ ਕੇ ਬੈਠਾਂਗੇ, ਇੱਥੋਂ ਫਿਰ ਉਹ ਸ਼ਬਦ ਪ੍ਰਗਟ ਹੋਏਗਾ ਤੇ ਉਹ ਸ਼ਬਦ ਫਿਰ ਸਾਡੇ ਮਨ ਨੂੰ ਘਰ ਲੈ ਜਾਂਦਾ ਹੈ। ਤੇ ਜਦੋਂ ਫਿਰ ਆਪਾਂ ਇੱਧਰ ਪੂਰਬ ਵਾਲੇ ਪਾਸਿਓਂ ਚੱਲਦੇ ਹਾਂ, ਇਹਨੂੰ ਪੱਛਮ ਵਾਲਾ ਪਾਸਾ ਕਹਿ ਦਿੱਤਾ ਨਾਭ ਘਾਟ ਤੋਂ, ਤੇ ਇਹ ਜਿਹੜਾ
ਸੁੰਨ ਘਾਟ ਹੈ, ਸਹਿਜ ਘਾਟ, ਇਸ ਨੂੰ ਪੂਰਬ ਵਾਲਾ ਪਾਸਾ ਆਖੀਏ। ਇੱਥੋਂ ਵੀ ਫਿਰ ਜਦੋਂ ਆਪਾਂ ਇੱਥੇ ਆਸਣ ਲਾ ਕੇ ਬੈਠਦੇ ਹਾਂ, ਇੱਥੋਂ ਵੀ ਸ਼ਬਦ ਪ੍ਰਗਟ ਹੁੰਦਾ ਹੈ, ਤੇ ਇੱਥੋਂ ਵੀ ਫਿਰ ਆਪਾਂ ਆਪਦੇ ਘਰ ਜਾ ਸਕਦੇ ਹਾਂ ਵਾਪਸ। ਤੇ ਇਹੀਓ ਫਿਰ ਆਪਾਂ ਨੂੰ ਦੱਸਦੇ ਵੀ ਇਹ ਰਸਤਾ ਹੈ ਸਾਡੇ ਘਰ ਨੂੰ ਜਾਣ ਦਾ। ਜਦੋਂ ਅਸੀਂ ਫਿਰ ਘਰ ਚਲੇ ਜਾਵਾਂਗੇ, ਉੱਥੇ ਫਿਰ ਘਰ ਗਿਆ ਹੀ ਸਾਡੀ ਜਿਹੜੀ ਵਿਚਾਰ ਹੈ ਫਿਰ ਮਾਲਕ ਦੇ ਨਾਲ ਹੁੰਦੀ ਹੈ, ਜਿਸ ਨੂੰ ਫਿਰ ਮਹਾਰਾਜ ਦੱਸਦੇ ਵੀ ਜਿਹੜੇ ਗੁਰਮੁਖ ਫਿਰ ਉਹ ਘਰ ਚਲੇ ਗਏ, ਸਹਿਜ ਗੁਫਾ ਮੰਦਿਰ ਦੇ ਵਿੱਚ ਚਲੇ ਗਏ, ਉੱਥੇ ਫਿਰ ਜਿਹੜੇ ਵੀ ਭਗਤ ਜਾਂਦੇ ਮਾਲਕ ਉਹਨਾਂ ਦੇ ਨਾਲ ਵਿਚਾਰ ਕਰਦਾ, ਗੋਸ਼ਟ ਕਰਦਾ। ਕਿੱਥੇ ਜਾ ਕੇ ਕਰਦੇ? ਮਹਾਰਾਜ ਦੱਸਦੇ, ਕਹਿੰਦੇ ਸੁਨ ਸਮਾਧ ਗੁਫਾ ਤੇ ਆਸਣ, ਕੇਵਲ ਬ੍ਰਹਮ ਪੂਰਨ ਤਹਿ ਵਾਸਣ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਬਈ ਮਾਲਕ ਫਿਰ ਉਹਨਾਂ ਦੇ ਨਾਲ ਕਰਦਾ ਵਿਚਾਰ, ਜਿਹੜੇ ਭਗਤ, ਜਿਹੜੇ ਗੁਰਮੁਖ ਗੁਰਸਿੱਖ ਉੱਥੇ ਜਾਂਦੇ। ਤੇ ਉੱਥੇ ਜਾਣ ਵਾਸਤੇ ਫਿਰ ਸਭ ਤੋਂ ਵੱਡੀ ਜਿਹੜੀ ਰੁਕਾਵਟ ਵਿੱਚ ਉਹ ਇਹੀ ਹੈ, ਜਿਹੜੇ ਸਾਡੇ ਵਿਚਾਰ ਨੇ ਫੁਰਨੇ। ਇਹਨਾਂ ਵਿਚਾਰਾਂ ਨੂੰ ਹੀ ਕੂੜ ਦੀ ਪਾਲ ਆਖਿਆ, ਇਹਨਾਂ ਨੂੰ ਹੀ ਭਰਮ ਦਾ ਪੜਦਾ, ਕਾਲ ਦਾ ਜਾਲ ਕਹਿ ਦਿੱਤਾ। ਜਦ ਤੱਕ ਇਹ ਵਿੱਚ ਹੈ ਉਹਨਾਂ ਸਮਾਂ ਅਸੀਂ ਘਰ ਨਹੀਂ ਜਾ ਸਕਦੇ। ਇਸੇ ਕਰਕੇ ਫਿਰ ਇਹ ਜਿਹੜਾ ਗੁਰੂ ਦਾ ਸ਼ਬਦ ਹੈ, ਇਸ ਨੂੰ ਬਾਣ ਵੀ ਆਖਿਆ। ਜਦੋਂ ਇਹ ਆਪਾਂ ਬਾਣ ਮਾਰਾਂਗੇ ਫਿਰ ਆਪਣੇ ਮਨ ਦਾ ਜਿਹੜਾ ਵਾਸਾ ਉਹ ਸ਼ਿਵ ਘਰ ਹੋ ਜਾਏਗਾ। ਮਾਲਕ ਨੂੰ ਇੱਥੇ ਸ਼ਿਵ ਵੀ ਆਖਿਆ। ਮਹਾਰਾਜ ਫਰਮਾਉਂਦੇ ਨੇ, ਗੁਰ ਕੇ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪਰਗਾਸਾ, ਸਖਤ ਅੰਧੇਰ ਜੇਵੜੀ ਭਰਮ ਚੁਕਾ, ਨਿਸ਼ਚਲ ਸ਼ਿਵ ਘਰ ਵਾਸਾ। ਕਿ ਸਾਡੇ ਮਨ ਦਾ ਨਿਸ਼ਚਲ ਵਾਸਾ ਸਾਡੇ ਘਰ ਹੋ ਜਾਣਾ ਜਦੋਂ ਆਪਾਂ ਫਿਰ ਇਹ ਜਿਹੜਾ ਕੂੜ ਦੀ ਪਾਲ ਹੈ ਇਸ ਨੂੰ ਤੋੜ ਦੇਵਾਂਗੇ। ਸੋ ਇਹ ਹੈ ਜੀ ਫਿਰ ਰਸਤਾ ਆਪਣੇ ਘਰ ਨੂੰ ਜਾਣ ਦਾ, ਮਾਲਕ ਨੂੰ ਮਿਲਾਪ ਦਾ ਰਸਤਾ। ਵੀ ਉਹਦੇ ਵਾਸਤੇ ਫਿਰ ਇਹ ਆਪਾਂ ਅਭਿਆਸ ਕਰਕੇ ਇਹ ਕੋਸ਼ਿਸ਼ ਕਰਨੀ ਵੀ ਸਾਡਾ ਮਨ ਜਿਹੜਾ ਪਹਿਲਾਂ ਪਾਉਣ 'ਚ ਮਿਲੇ, ਤੇ ਫਿਰ ਅਸੀਂ ਪਾਉਣ ਤੋਂ ਅੱਡ ਹੋ ਕੇ ਬੈਠੀਏ, ਤੇ ਉਹ ਸ਼ਬਦ ਨਾਮ ਦੇ ਨਾਲ ਸਾਡੀ ਸੁਰਤੀ ਜੁੜੇ। ਹਾਂਜੀ, ਹੋਰ ਕੋਈ ਗੁਰਮੁਖ ਵਾਹਿਗੁਰੂ ਜੀ? ਜਿਹੜੇ ਸ਼ਬਦ ਪ੍ਰਗਟ ਹੁੰਦੇ ਆ ਉਹਨਾਂ ਬਾਰੇ ਵੀ ਦੱਸੋ। ਔਰ ਹਾਂਜੀ, ਉਹ ਰਸਤਾ ਵੀ ਦੱਸੋ, ਸ਼ਬਦ ਕਿਵੇਂ ਪ੍ਰਗਟ ਹੁੰਦੇ ਆ, ਪ੍ਰਕਾਸ਼ ਕਿਵੇਂ ਹੁੰਦਾ ਹੈ, ਸ਼ਬਦ ਕਿਵੇਂ ਮਿਲਦੇ ਆ, ਜੀ ਆਵਾਜ਼ ਕਿਵੇਂ ਦਿੰਦੇ ਆ, ਇਹ ਚੀਜ਼ ਵੀ ਦੁਬਾਰਾ ਤੋਂ ਵੀ ਦੱਸੋ ਜੀ। ਉਹ ਇਸ ਤਰ੍ਹਾਂ ਹੁੰਦਾ ਹੈ ਵਾਹਿਗੁਰੂ ਜੀ, ਬਈ ਜਦੋਂ ਆਪਾਂ ਦਰ ਦੇ ਉੱਤੇ ਬੈਠਦੇ ਹਾਂ, ਸਾਨੂੰ ਸ਼ਬਦ ਤਾਂ ਦਰ ਤੋਂ ਹੀ ਸੁਣਨੇ ਸ਼ੁਰੂ ਹੋ ਜਾਂਦੇ। ਜਿਵੇਂ ਆਪਾਂ ਨੂੰ ਰੋਜ਼ ਸਮਝਾਉਂਦੇ ਸਤਿਗੁਰੂ, ਬਈ ਉਹ ਜਿਹੜਾ ਦਰ ਹੈ ਜਿੱਥੇ ਬੈਠ ਕੇ ਮਾਲਕ ਸਾਰੀ ਸ੍ਰਿਸ਼ਟੀ ਨੂੰ ਦੇਖਦਾ ਹੈ, ਪਾਲਣਾ ਪੋਸ਼ਣਾ ਕਰਦਾ ਹੈ, ਵੀ ਉਹ ਦਰ ਦੀ ਨਿਸ਼ਾਨੀ ਕੀ ਹੈ? ਉੱਥੇ ਅਸੰਖਾਂ ਦੀ ਗਿਣਤੀ ਦੇ ਵਿੱਚ ਇਹ ਜਿਹੜੇ ਸ਼ਬਦ ਵੱਜਦੇ ਨੇ ਤੇ ਸੂਖਮ ਉੱਥੇ ਵਜਾਉਣ ਵਾਲੇ ਨੇ। ਜਿਵੇਂ ਆਪਾਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਸਾਰਿਆਂ ਦੇ ਸਤਿਗੁਰੂ ਨੇ। ਸਤਿਗੁਰਾਂ ਦੇ ਅੱਗੇ ਆਪਾਂ ਦੇਖਦੇ ਹਾਂ ਵੀ ਗੁਰਮੁਖ ਸਾਜ਼ ਵਜਾਉਂਦੇ ਨੇ। ਜਿਵੇਂ ਜਦੋਂ ਆਪਾਂ ਉਹਨਾਂ ਦਾ ਪ੍ਰਕਾਸ਼ ਕਰਦੇ ਹਾਂ ਜਾਂ ਸੁਖਾਸਣ ਕਰਦੇ ਹਾਂ ਜਾਂ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲੈ ਕੇ ਜਾਂਦੇ ਹਾਂ, ਸਤਿਕਾਰ ਵਜੋਂ ਉਹਨਾਂ ਦੇ ਅੱਗੇ ਸਾਜ਼ ਵਜਾਏ ਜਾਂਦੇ ਨੇ। ਇਸੇ ਤਰ੍ਹਾਂ ਹੀ ਫਿਰ ਮਾਲਕ ਦਾ ਜੋ ਦਰ ਹੈ ਉੱਥੇ ਜਿਹੜੇ ਸੂਖਮ ਆਕਾਰ ਉਹ ਫਿਰ ਉਹ ਉੱਥੇ ਸ਼ਬਦ ਵਜਾਉਂਦੇ ਨੇ, ਜਿਸ ਨੂੰ ਮਹਾਰਾਜ ਦੱਸਦੇ ਨੇ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੇ ਸਰਬ ਸੰਭਾਲੇ, ਬਾਜੇ ਨਾਦ ਅਨੇਕ ਸੰਖਾਂ, ਕੀਤੇ ਬਾਵਨ ਹਾਰੇ। ਵੀ ਉਹ ਜਿਹੜਾ ਦਰ ਹੈ ਮਾਲਕ ਦਾ, ਉੱਥੇ ਫਿਰ ਸਤਿਕਾਰ ਵਜੋਂ ਉਹ ਅਨਹਦ ਵਾਜੇ ਨੇ ਜਿਹੜੇ ਉਹ ਵੱਜਦੇ ਨੇ। ਜਦੋਂ ਆਪਾਂ ਉਹ ਦਰ ਦੇ ਉੱਤੇ ਹੀ ਚਲੇ ਜਾਂਦੇ ਹਾਂ, ਉਹ ਦਰ ਤੋਂ ਹੀ ਆਪਾਂ ਨੂੰ ਆਵਾਜ਼ਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਫਿਰ ਜਦੋਂ ਆਪਾਂ ਦਰ ਤੋਂ ਅੰਦਰ ਜਾਵਾਂਗੇ, ਫਿਰ ਜਿਹੜੇ ਅੰਦਰ ਸ਼ਬਦ ਚੱਲਦੇ ਨੇ ਉਹ ਆਪਣੇ ਆਪ ਵੱਜਦੇ ਨੇ। ਜਿਵੇਂ ਦਰ ਤੇ ਵਜਾਉਣ ਵਾਲੇ ਨੇ, ਜਦੋਂ ਅੰਦਰ ਪ੍ਰਵੇਸ਼ ਹੋ ਜਾਵਾਂਗੇ ਅੰਦਰ ਫਿਰ ਆਪਣੇ ਆਪ ਹੀ ਚੱਲਦੇ ਨੇ। ਸੋ ਫਿਰ ਜਦੋਂ ਆਪਾਂ ਨਿੱਜ ਘਰ ਦੇ ਵਿੱਚ ਚਲੇ ਜਾਂਦੇ ਹਾਂ, ਜਿਵੇਂ ਇੱਕ ਤਾਂ ਸਾਡਾ ਦਰ ਹੈ ਜਿਹੜਾ ਨਿੱਜ ਮਹਿਲ ਦਾ, ਉਹ ਨਿੱਜ ਮਹਿਲ ਦਾ ਦਰ ਤਾਂ ਅਸੀਂ ਆਪ ਖੋਲ ਸਕਦੇ ਹਾਂ, ਕਿਉਂਕਿ ਉਹ ਆਪਾਂ ਨੂੰ ਦੱਸਿਆ ਵੀ ਪੁਰਾਣਾ ਦੁਆਰਾ ਇਹ ਸਾਡਾ ਬੰਦ ਕੀਤਾ ਹੋਇਆ ਹੈ।
ਪ੍ਰਾਣਾ ਦੀ ਵਿੱਚ ਚਾਬੀ ਰੱਖੀ ਹੈ। ਪ੍ਰਾਣ ਕਹਿੰਦੇ ਜੋ ਆਪਾਂ ਨੂੰ ਸਵਾਸ ਆਉਂਦੇ ਨੇ ਪਾਉਣ, ਇੱਕ ਪਾਸੇ ਘੱਟ ਆਉਂਦੀ, ਇੱਕ ਪਾਸੇ ਜ਼ਿਆਦਾ ਆਉਂਦੀ, ਤੇ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ ਇਹ ਪਾਉਣ ਸਮ ਹੋ ਜਾਂਦੀ ਤੇ ਇਹ ਦਰ ਖੁੱਲ ਜਾਂਦਾ ਹੈ। ਜਿਸ ਨੂੰ ਮਹਾਰਾਜ ਕਹਿੰਦੇ ਨੇ ਖੱਟ ਨੇਮ ਕਰ ਕੋਠੜੀ ਬਾਧੀ, ਬਸਤ ਅਨੂਪ ਵੀਚ ਪਾਈ, ਕੁੰਜੀ ਕੁਲ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਇਹ ਤਾਂ ਹੈ ਆਪਾਂ ਦਰ ਖੋਲ ਲਿਆ ਤੇ ਅੰਦਰ ਚਲੇ ਗਏ। ਇੱਕ ਫਿਰ ਦਰ ਹੈ ਜਦੋਂ ਆਪਾਂ ਨਿੱਜ ਘਰ ਦੇ ਵਿੱਚ ਚਲੇ ਜਾਂਦੇ ਹਾਂ, ਉਥੋਂ ਫਿਰ ਅੱਗੇ ਦਰ ਗਾਹਾਂ ਚੱਲਦਾ ਹੈ ਸੱਚੇ ਮਹਿਲ ਨੂੰ। ਸੱਚੇ ਮਹਿਲ ਨੂੰ ਜਿਹੜਾ ਫਿਰ ਅਸੀਂ ਜਾਣਾ, ਉਹ ਫਿਰ ਜਿਹੜਾ ਦਰ ਹੈ ਉਸ ਦਰ ਦੇ ਉੱਤੇ 5 ਸ਼ਬਦ ਪ੍ਰਗਟ ਨੇ। ਉੱਥੇ ਫਿਰ ਜਦੋਂ ਸਾਡਾ ਮਨ ਜਾ ਕੇ ਆਸਣ ਲਾ ਕੇ ਬਹਿੰਦਾ ਹੈ ਨਿੱਜ ਘਰ ਦੇ ਵਿੱਚ, ਉਥੋਂ ਫਿਰ ਸਾਡੀ ਜਿਹੜੀ ਗੁਰਮਤ ਹੈ, ਗੁਰੂ ਦੀ ਮੱਤ, ਉਹ ਸ਼ੁਰੂ ਹੁੰਦੀ ਹੈ। ਮਹਾਰਾਜ ਦੱਸਦੇ ਨੇ ਪੰਚੇ ਸ਼ਬਦ ਵਜੇ ਮਤ ਗੁਰਮਤ, ਵਡਭਾਗੀ ਅਨਹਦ ਵਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਕਿ ਜਦੋਂ ਸਾਡੇ ਅੰਦਰ ਉਹ 5 ਸ਼ਬਦ ਪ੍ਰਗਟ ਹੁੰਦੇ ਨੇ, ਫਿਰ ਕਹਿੰਦੇ ਨੇ ਵੀ ਇਹਨਾਂ ਦੀ ਗੁਰਮਤ ਸ਼ੁਰੂ ਹੋ ਗਈ ਹੈ। ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਉਹ 5 ਸ਼ਬਦ ਲਗਾਤਾਰ ਉਸ ਦਰ ਦੇ ਉੱਤੇ ਵੱਜਦੇ ਨੇ। ਕਿਹੜੇ ਕਿਹੜੇ ਮਹਾਰਾਜ ਦੱਸਦੇ, ਕਹਿੰਦੇ 5 ਸ਼ਬਦ ਨਰਮੈਲ ਵਾਜੇ, ਢੁੱਲ ਕੇ ਚਵਰ ਸੰਖ ਘਣ ਗਾਜੇ। ਵੀ ਉੱਥੇ ਜਿਵੇਂ ਸੰਖ ਦੀ ਆਵਾਜ਼, ਢੋਲਕੀ ਦੀ ਆਵਾਜ਼, ਤਬਲੇ ਦੀ ਆਵਾਜ਼, ਇਸ ਤਰ੍ਹਾਂ ਫਿਰ ਉਹ ਆਵਾਜ਼ਾਂ ਜਿਹੜੀਆਂ ਆਪਣੇ ਅੰਦਰ ਉਹ ਪ੍ਰਗਟ ਹੋ ਜਾਂਦੀਆਂ ਨੇ। ਜਿਵੇਂ ਆਪਾਂ ਬਾਹਰ ਦੇਖਦੇ ਹਾਂ ਜਿਹੜੇ ਸਾਜ਼ ਵੱਜਦੇ ਨੇ, ਜਿਵੇਂ ਗੁਰਮੁਖ ਕੀਰਤਨ ਕਰਦੇ ਨੇ, ਕੀਰਤਨ ਵੇਲੇ ਉਹ ਸਾਜ਼ ਵਜਾਉਂਦੇ ਨੇ, ਉਹੀਓ ਸਾਜ਼ ਸਾਰੇ ਆਪਣੇ ਅੰਦਰ ਵੱਜਦੇ ਨੇ। ਜਦੋਂ ਫਿਰ ਆਪਣਾ ਮਨ ਜਿਹੜਾ ਉਹ ਸਹੀ ਦੇ ਵਿੱਚ ਚਲਾ ਜਾਂਦਾ, ਘਰ ਚਲਾ ਜਾਂਦਾ, ਫਿਰ ਉਹੀਓ ਆਵਾਜ਼ਾਂ ਆਪਾਂ ਨੂੰ ਅੰਦਰੋਂ ਸੁਣਾਈ ਦਿੰਦੀਆਂ, ਤੇ ਫਿਰ ਮਨ ਖੁਸ਼ੀ ਦੇ ਵਿੱਚ ਆ ਕੇ ਮਾਲਕ ਦੇ ਅੱਗੇ ਫਿਰ ਉਹ ਨਿਰਤ ਕਰਦਾ, ਫਿਰ ਉਹ ਨੱਚਦਾ ਹੈ ਵੀ ਮੈਂ ਖੇਲ ਨੂੰ ਜਿੱਤ ਗਿਆ। ਫਿਰ ਉਹ ਕਿਹੜੀ ਕਿਹੜੀ ਆਵਾਜ਼ ਆਉਂਦੀ, ਕਿਵੇਂ ਉਹ ਅਵਸਥਾ ਬਣਦੀ, ਮਹਾਰਾਜ ਫਿਰ ਦੱਸਦੇ ਆਪਾਂ ਨੂੰ ਵੀ ਆਪਣੇ ਜਿਹੜੇ ਕੰਨ ਨੇ ਇਹਨਾਂ ਦੇ ਵਿੱਚੋਂ ਬੰਸਰੀ ਦੀ ਆਵਾਜ਼ ਆਉਂਦੀ ਹੈ, ਜਿਹੜੇ ਨੇਤਰ ਨੇ ਨੇਤਰਾਂ ਤੋਂ ਤਬਲੇ ਦੀ ਆਵਾਜ਼ ਆਉਂਦੀ, ਮੱਥੇ ਤੇ ਰਬਾਬ ਦੀ ਆਵਾਜ਼ ਵੱਜਦੀ ਹੈ। ਫਿਰ ਇਹ ਆਵਾਜ਼ਾਂ ਆਪਣੇ ਅੰਦਰ, ਇਹ ਸ਼ਬਦ ਨੇ ਜਿਹੜੇ ਇਹ ਪ੍ਰਗਟ ਹੁੰਦੇ। ਮਹਾਰਾਜ ਆਪਾਂ ਨੂੰ ਦੱਸਦੇ ਕਰ ਕਰ ਤਾਲ ਪਖਾਵਜ ਨੈਨੋ, ਮੱਥੇ ਵੱਜੇ ਰਬਾਬਾ, ਕਰਨੋ ਮੱਧ ਬੰਸਰੀ ਵਾਜੇ, ਜੇਬਾ ਧੋਨਾ ਗਾਜਾ, ਨਿਰਤ ਕਰੇ ਕਰ ਮਨੁਆ ਨਾਚੇ, ਆਣੇ ਘੂੰਗਰ ਸਾਜਾ, ਮੇਰੇ ਰਾਮ ਕੋ ਨਿਰਤਕਾਰੀ, ਪੇਖੇ ਪੇਖਣ ਹਾਰ ਦਿਆਲਾ, ਜੇਤਾ ਸਾਜ ਸਿੰਗਾਰੀ। ਵੀ ਇਹ ਫਿਰ ਸ਼ਬਦ ਨੇ ਜਿਹੜੇ ਇਹ ਆਪਣੇ ਅੰਦਰ ਸਾਰੇ ਵੱਜਦੇ ਨੇ। ਜਿਨ੍ਹਾਂ ਦੇ ਅੰਦਰ ਫਿਰ ਇਹ 5 ਸ਼ਬਦ ਪ੍ਰਗਟ ਹੋ ਗਏ, ਉਹਨਾਂ ਨੂੰ ਕਹਿੰਦੇ ਫਿਰ ਇਹ ਵੱਡੇ ਭਾਗਾਂ ਵਾਲੇ। ਜੋ ਆਪਾਂ ਪੜ੍ਹਦੇ ਰੋਜ਼, ਗੁਰੂ ਅਮਰਦਾਸ ਜੀ ਆਪਾਂ ਨੂੰ ਫਰਮਾਉਂਦੇ ਨੇ, ਵਾਜੇ 5 ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿੱਤ ਕਰ ਧਾਰੀਆਂ। ਬਈ ਇਹਨਾਂ ਦੇ ਅੰਦਰ ਵੱਜਦੇ ਜਿਨ੍ਹਾਂ ਨੂੰ ਇਹ ਕਲਾ ਆ ਗਈ। ਕਲਾ ਹੁੰਦੀ ਵੀ ਜੁਗਤੀ ਤਰੀਕਾ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ, ਗੁਰੂ ਦੀ ਮੱਤ ਦੁਆਰਾ ਫਿਰ ਇਹ ਸ਼ਬਦ ਨੇ ਜਿਹੜੇ ਆਪਣੇ ਅੰਦਰ ਵੱਜਦੇ ਨੇ। ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹਨਾਂ ਸ਼ਬਦਾਂ ਤੋਂ ਹੀ ਸਾਡੀ ਗੁਰਮਤ ਸ਼ੁਰੂ ਹੁੰਦੀ ਹੈ। ਫਿਰ ਇਹਨਾਂ ਸ਼ਬਦਾਂ ਤੋਂ ਹੀ ਅੱਗੇ 5 ਤੋਂ ਨਾਦ ਹੈ, ਜੋ ਨਾਦ ਪ੍ਰਗਟ ਹੁੰਦਾ, ਜਿਸ ਨੂੰ ਸ਼ਬਦ ਗੁਰੂ ਦਾ ਨਾਮ ਦਿੱਤਾ ਹੈ। ਇਹ ਫਿਰ 5 ਨੇ ਜਿਹੜੇ ਪ੍ਰਵਾਨ ਨੇ। ਇਹਨਾਂ ਪਰਥਾਈ ਫਿਰ ਆਪਾਂ ਨੂੰ ਸਮਝਾਉਂਦੇ ਨੇ, 5 ਪ੍ਰਵਾਨ 5 ਪ੍ਰਧਾਨ, 5 ਪਾਵੇ ਦਰਗੇ ਮਾਨ, 5 ਸੋਹੈ ਦਰ ਰਜਾਨ, 5 ਕਾ ਗੁਰ ਏਕ ਧਿਆਨ। ਵੀ ਇਹਨਾਂ 5 ਤੋਂ ਫਿਰ ਅੱਗੇ ਨਾਦ ਪ੍ਰਗਟ ਹੁੰਦਾ ਹੈ, ਜਿਹਨੂੰ ਸ਼ਬਦ ਗੁਰੂ ਕਹਿੰਦੇ ਨੇ। ਤੇ ਫਿਰ ਅਸੀਂ ਉਸ ਸ਼ਬਦ ਗੁਰੂ ਦੇ ਨਾਲ ਜੁੜ ਕੇ ਫਿਰ ਅਸੀਂ ਜੀਵਨ ਮੁਕਤ, ਫਿਰ ਸਾਨੂੰ ਅਮਰ ਪਦਵੀ ਜਿਹੜੀ ਹੈ ਉਹਦੀ ਪ੍ਰਾਪਤੀ ਹੁੰਦੀ ਹੈ। ਉਹਦੇ ਵਿੱਚ ਸਮਾਉਣ ਦੇ ਨਾਲ ਆਪਣਾ ਜਿਹੜਾ ਜਨਮ ਮਰਨ ਹੈ ਇਹ ਖੰਡਨ ਹੁੰਦਾ ਹੈ। ਜੋ ਆਪਾਂ ਪੜ੍ਹਦੇ ਰੋਜ਼, ਮਾਰੇ ਫਰਮਾਉਂਦੇ ਹਰ ਜਨ ਹਰ ਹਰ ਨਾਮ ਸਮਾਣੀ, ਦੁੱਖ ਜਨਮ ਮਰਨ ਭਵ ਖੰਡਾ ਹੀ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਫਿਰ ਜਦੋਂ ਅਸੀਂ ਉਹ ਨਾਮ ਨੂੰ ਸੁਣਾਂਗੇ, ਉਹਨੂੰ ਸੁਣਨ ਦੇ ਨਾਲ ਹੀ ਫਿਰ ਆਪਣੇ ਜਿਹੜੇ ਦੁੱਖ ਪਾਪ ਨੇ ਉਹਨਾਂ ਦਾ ਨਾਸ ਹੋ ਜਾਂਦਾ ਹੈ। ਜੋ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਸੁਣੇ ਹੈ ਦੁੱਖ ਪਾਪ ਕਾ ਨਾਸ। ਵੀ ਇਹਨੂੰ ਸੁਣਨ ਦੇ ਨਾਲ ਹੀ ਸਾਡੇ ਦੁੱਖ ਪਾਪ ਖਤਮ ਹੋ ਜਾਂਦੇ।
ਤੇ ਨਾਮ ਨੂੰ ਸੁਣਨ ਦੇ ਨਾਲ ਹੀ ਸਾਡਾ ਮਨ ਸਦਾ ਵਾਸਤੇ ਅਮਰ ਹੋ ਜਾਂਦਾ ਤੇ ਇਹ ਆਨੰਦ ਅਵਸਥਾ ਦੇ ਵਿੱਚ ਆ ਜਾਂਦਾ ਹੈ। ਇਸੇ ਵਰਤਾਏ ਫਿਰ ਆਪਾਂ ਨੂੰ ਸਮਝਾਉਂਦੇ, ਨਾਮ ਨਰੰਜਨ ਨਿਰਮਲਾ ਸੁਣੇ ਸੁਖ ਹੋਈ, ਸੁਣ ਸੁਣ ਮਨ ਵਸਾਈਏ ਬੂਝੇ ਜਨ ਕੋਈ। ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਵੀ ਜਿਹੜਾ ਨਾਮ ਹੈ ਇਹ ਕਿਸੇ ਲਿਖਤ ਜਾਂ ਬੋਲਣ ਵਿੱਚ ਨਹੀਂ ਆਉਂਦਾ, ਇਹ ਸਿਰਫ ਸਾਨੂੰ ਸੁਣਾਈ ਦਿੰਦਾ, ਅਸੀਂ ਸੁਣ ਸਕਦੇ ਹਾਂ। ਜਿਹੜਾ ਵੀ ਸੁਣੇਗਾ ਉਹ ਸੁਖੀ ਹੋ ਜਾਏਗਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਸ ਨਾਮ ਨੂੰ ਵਿਰਲੇ ਵਿਰਲੇ ਗੁਰਮੁਖ ਸੁਣਦੇ ਬੁੱਝਦੇ, ਤੇ ਇਸੇ ਨੂੰ ਹੀ ਫਿਰ ਭਗਤੀ ਕਹਿੰਦੇ ਨੇ। ਇੱਥੋਂ ਹੀ ਸਾਡੀ ਭਗਤੀ ਜਿਹੜੀ ਨਾਮ ਤੋਂ ਸ਼ੁਰੂ ਹੁੰਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਿਰ ਦੱਸਦੇ, ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ, ਬਿਨ ਭਗਤੀ ਮੈਲ ਨਾ ਜਾਏ। ਵੀ ਜਦ ਤੱਕ ਅਸੀਂ ਨਾਮ ਦੇ ਨਾਲ ਜੁੜਦੇ ਨਹੀਂ ਉਹਨਾਂ ਸਮਾਂ ਸਾਡੇ ਮਨ ਦੀ ਜਿਹੜੀ ਮੈਲ ਹੈ ਮੈਲ ਜਾਂਦੀ ਨਹੀਂ ਹੈ, ਸਾਡਾ ਮਨ ਮੈਲਾ ਰਹਿੰਦਾ ਹੈ। ਸੋ ਇਸ ਕਰਕੇ ਫਿਰ ਇਹ ਆਪਾਂ ਜਿਹੜਾ ਸਿਮਰਨ ਕਰਦੇ ਹਾਂ ਇਹ ਹਜੇ ਭਗਤੀ ਨਹੀਂ ਹੈ। ਜਾਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਇਹ ਵੀ ਭਗਤੀ ਨਹੀਂ ਹੈ। ਜੇ ਭਗਤੀ ਸਾਡੀ ਸ਼ੁਰੂ ਹੁੰਦੀ ਹੈ ਨਾਮ ਤੋਂ, ਜੋ ਕਿ ਮਾਲਕ ਦੇ ਮੁਖ ਦੀ ਆਵਾਜ਼ ਹੈ, ਇਸ ਨੂੰ ਫਿਰ ਭਗਤੀ ਆਖਿਆ। ਮਹਾਰਾਜ ਕਹਿੰਦੇ ਗੁਰ ਸੇਵਾ ਗੁਰ ਭਗਤ ਹੈ, ਬਿਰਲਾ ਪਾਵੇ ਕੋਈ। ਵੀ ਗੁਰੂ ਦੀ ਸੇਵਾ ਹੀ ਭਗਤੀ ਹੈ। ਇਸੇ ਭਗਤੀ ਨੂੰ ਹੀ ਫਿਰ ਗੁਰੂ ਅਰਜਨ ਦੇਵ ਜੀ ਬੇਨਤੀ ਕਰਦੇ ਅਕਾਲ ਪੁਰਖ ਨੂੰ ਵੀ ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣੀ ਭਗਤੀ ਦੇ ਉੱਤੇ ਲਾਵੋ। ਮਹਾਰਾਜ ਫਰਮਾਉਂਦੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਈ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਵੀ ਸਾਨੂੰ ਆਪਣੀ ਭਗਤੀ ਦੇ ਉੱਤੇ ਲਾਵੋ। ਸੋ ਇਸ ਵਾਸਤੇ ਫਿਰ ਆਪਾਂ ਨੂੰ ਦੱਸ ਦਿੱਤਾ ਗੁਰਬਾਣੀ ਗੁਰੂ ਵਿੱਚ ਵੀ ਆਪਣੀ ਜਿਹੜੀ ਭਗਤੀ ਹੈ ਉਹ ਚੌਥੇ ਪਦ ਤੋਂ ਸ਼ੁਰੂ ਹੁੰਦੀ ਹੈ। ਆਪਣੀ ਭਗਤੀ ਨਾਮ ਤੋਂ ਸ਼ੁਰੂ ਹੁੰਦੀ ਹੈ। ਇਹ ਜੋ ਆਪਾਂ ਸਿਮਰਨ ਕਰਦੇ ਹਾਂ ਇਹ ਆਪਾਂ ਹਜੇ ਇੱਥੋਂ ਤ੍ਰੈ ਗੁਣਾਂ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਆਪਾਂ ਯੁੱਧ ਕਰ ਰਹੇ ਹਾਂ ਇਹਨਾਂ ਦੇ ਨਾਲ। ਤੇ ਜੋ ਆਪਾਂ ਗੁਰਬਾਣੀ ਪੜ੍ਹਦੇ ਹਾਂ ਉਹ ਆਪਾਂ ਰਸਤਾ ਪੁੱਛ ਰਹੇ ਹਾਂ। ਗੁਰਬਾਣੀ ਗੁਰੂ ਆਪਾਂ ਨੂੰ ਦੱਸਦੇ ਵੀ ਇੱਥੋਂ ਅਸੀਂ ਕਿਵੇਂ ਨਿਕਲ ਸਕਦੇ ਹਾਂ। ਉਹ ਫਿਰ ਆਪਾਂ ਨੂੰ ਗਿਆਨ ਦਿੰਦੇ, ਸੋਝੀ ਦਿੰਦੇ। ਤੇ ਭਗਤੀ ਹੈ ਜਿਹੜੀ ਆਪਣੀ ਉਹ ਫਿਰ ਨਾਮ ਤੋਂ ਸ਼ੁਰੂ ਹੁੰਦੀ ਹੈ ਜੀ। ਹਾਂਜੀ, ਹੋਰ ਕੋਈ ਗੁਰਮੁਖ? ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਹਾਂਜੀ ਹਾਂਜੀ ਉਹਨਾਂ ਦੀ ਜਿਹੜੇ ਮਾਤਾ ਜੀ ਨੇ ਨਾ ਉਹਨਾਂ ਦਾ ਸਰੀਰ ਨਹੀਂ ਹੋਇਆ, ਮਤਲਬ ਸਰੀਰ ਕਰਕੇ ਨਹੀਂ ਹੈਗੇ। ਹਾਂਜੀ ਉਹਨਾਂ ਨੇ ਜਦੋਂ ਸਰੀਰ ਚ ਆ ਗਿਆ ਸੀ ਉਹਨਾਂ ਨੇ, ਤੇ ਉਹਨਾਂ ਨੂੰ ਨਾ ਗੁਰਬਾਣੀ ਸੁਣਾਈ ਦਿੰਦੀ ਸੀ ਕੀਰਤਨ ਮਤਲਬ ਸਵੇਰੇ ਸ਼ਾਮੀ, ਔਰ ਸਾਨੂੰ ਉਹਦੇ ਰਾਤ ਦਾ ਪਾਠ ਸੁਣਾਈ ਦਿੰਦਾ ਸੀ ਉਹਨਾਂ ਨੂੰ। ਉਹ ਆਪਣੀ ਸੁਣਨ ਦੀ ਔਰ ਬੋਲਣ ਦੀ ਸ਼ਕਤੀ ਖੋ ਗਏ ਸੀਗੇ, ਮਤਲਬ ਜਦੋਂ ਉਹਨਾਂ ਦਾ ਐਂਡ ਟਾਈਮ ਆਇਆ ਸੀਗਾ। ਮਗਰ ਉਹ ਇਸ਼ਾਰੇ ਨਾਲ ਘਰ ਵਾਲੇ ਪੁੱਛਦੇ ਸੀ ਤੇ ਉਹ ਦੱਸ ਦਿੰਦੇ ਸੀ, ਇਸ਼ਾਰਿਆਂ ਤੇ ਸਮਝਾ ਦਿੰਦੇ ਸੀਗੇ। ਉਹਨਾਂ ਨੂੰ ਕੰਟੀਨਿਊ ਪਿੱਛੇ ਹੀ ਮਤਲਬ ਇਹ ਸੁਣਾਈ ਦਿੱਤਾ ਕਾਫੀ ਟਾਈਮ ਤੱਕ। ਉਹ ਪੁੱਛਦੇ ਸੀ ਕਿ ਉਹਨਾਂ ਦੀ ਜਿਹੜੇ ਮਾਤਾ ਜੀ ਨੂੰ ਉਹਨਾਂ ਦੀ ਕੀ ਗੱਟ ਹੋਈ ਸੀ, ਉਹਨਾਂ ਨੇ ਫਿਰ ਦੁਬਾਰਾ ਜਨਮ ਦਿੱਤਾ ਹੋਏਗਾ, ਅੱਗੇ ਉੱਥੇ ਦੀ ਉਹਨਾਂ ਦੀ ਭਗਤੀ ਸਟਾਰਟ ਹੋ ਜਾਏਗੀ, ਜਾਂ ਫਿਰ ਮਤਲਬ ਉਹ ਸਮਾਧੀ ਹੋਣ ਦੇ ਵਿੱਚ। ਹਾਂਜੀ ਉਹ ਏਦਾਂ ਹੁੰਦਾ ਵਾਹਿਗੁਰੂ ਜੀ ਵੀ ਜਿਹੜੀ ਆਪਾਂ ਨੂੰ ਗੁਰਬਾਣੀ ਸੁਣਦੀ ਹੈ ਉਹ ਤਾਂ ਇਹ ਖਾਲੀ ਖਲਾ ਦੇ ਵਿੱਚ ਜਦੋਂ ਆਪਣਾ ਮਨ ਥੋੜਾ ਸਹੀ ਦੇ ਵਿੱਚ ਜਾਂਦਾ ਹੈ, ਜੋ ਵੀ ਗੁਰਮੁਖ ਫਿਰ ਇਹ ਗੁਰਬਾਣੀ ਨੂੰ ਪੜ੍ਹਦੇ ਨੇ ਉਹ ਆਪਾਂ ਨੂੰ ਇੱਥੋਂ ਸੁਣਨੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਸਾਰੀਆਂ ਆਵਾਜ਼ਾਂ ਜਿਹੜੀਆਂ ਆਪਣੀਆਂ, ਚਾਹੇ ਆਪਾਂ ਜਿਹੜੀ ਤ੍ਰੈ ਗੁਣਾਂ 'ਚ ਬੋਲਦੇ ਹਾਂ ਉਹ ਵੀ ਆਪਣੀਆਂ ਇੱਥੇ ਆਵਾਜ਼ਾਂ ਮੌਜੂਦ ਨੇ, ਤੇ ਜਿਹੜੇ ਗੁਰਮੁਖ ਚੌਥੇ ਪਦ 'ਚ ਬੋਲਦੇ ਨੇ ਉਹ ਵੀ ਆਵਾਜ਼ਾਂ ਇੱਥੇ ਮੌਜੂਦ ਨੇ। ਹੁਣ ਜਿਹੜਾ ਹੈ ਮੁਕਤ ਹੋਣ ਦੀ ਗੱਲ, ਮਾਲਕ ਦੇ ਵਿੱਚ ਸਮਾਉਣ ਦੀ ਗੱਲ, ਪਰਮਾਤਮਾ ਦੇ ਵਿੱਚ ਅਸੀਂ ਓਨਾ ਸਮਾਂ ਨਹੀਂ ਸਮਾ ਸਕਦੇ ਜਿੰਨਾ ਸਮਾਂ ਅਸੀਂ ਨਾਮ ਨੂੰ ਬੁੱਝ ਕੇ ਨਾਮ ਦੇ ਵਿੱਚ ਸਮਾਉਂਦੇ ਨਹੀਂ। ਜਿੰਨਾ ਸਮਾਂ ਆਪਾਂ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਕਰ ਲੈਂਦੇ ਓਨਾ ਸਮਾਂ ਆਪਾਂ ਪਰਮਾਤਮਾ 'ਚ ਨਹੀਂ ਸਮਾ ਸਕਦੇ। ਸਾਨੂੰ ਉਹਦਾ ਇਹ ਲਾਹਾ ਹੁੰਦਾ ਹੈ ਸਤ ਸੰਗਤ ਦਾ। ਜਿਵੇਂ ਹੁਣ ਆਪਾਂ ਸਤ ਸੰਗਤ ਕਰਦੇ ਹਾਂ, ਸਿਮਰਨ ਕਰ ਰਹੇ ਹਾਂ, ਪਰ ਹਜੇ ਸਾਡਾ ਜੇ ਮਿਲਾਪ ਨਹੀਂ ਹੋਇਆ ਤੇ ਆਪਣਾ ਸਮਾਂ ਖਤਮ ਹੋ ਗਿਆ।
ਫਿਰ ਮਾਲਕ ਦੇਖਦੇ ਨੇ ਵੀ ਇਹ ਇਸ ਮਾਰਗ ਦੇ ਉੱਤੇ ਚੱਲੇ ਹੋਏ ਸੀ, ਵੀ ਜੇ ਇਹਨਾਂ ਕੋਲ ਹੋਰ ਸਮਾਂ ਹੁੰਦਾ ਤੇ ਹੋ ਸਕਦਾ ਵੀ ਇਹ ਮਿਲਾਪ ਕਰ ਲੈਂਦੇ। ਫਿਰ ਇਸ ਤੋਂ ਖੁਸ਼ ਹੋ ਕੇ ਜਾਂ ਤਾਂ ਸਾਨੂੰ ਮਾਨਸ ਜਾਮਾ ਦੁਬਾਰਾ ਦੇ ਦਿੰਦੇ ਨੇ, ਜਾਂ ਫਿਰ ਸਾਨੂੰ, ਜੇ ਅਸੀਂ ਮਿਹਨਤ ਥੋੜੀ ਜ਼ਿਆਦਾ ਕੀਤੀ ਹੈ, ਸਾਡੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਗਈ ਹੈ ਪਰ ਹਜੇ ਨਾਦ ਪ੍ਰਗਟ ਨਹੀਂ ਹੋਇਆ, ਅਸੀਂ ਉਹਦੇ ਵਿੱਚ ਸਮਾਏ ਨਹੀਂ, ਫਿਰ ਆਪਾਂ ਨੂੰ ਦੇਵਲੋਕ ਮਿਲ ਜਾਂਦਾ ਜਿਸ ਨੂੰ ਸਵਰਗ ਕਹਿੰਦੇ ਨੇ, ਜਿੱਥੇ ਫਿਰ ਇਹ ਦੇਵੀ ਦੇਵਤਿਆਂ ਦਾ ਵਾਸਾ ਹੁੰਦਾ। ਫਿਰ ਕੁਝ ਸਮਾਂ ਆਪਾਂ ਨੂੰ ਉੱਥੇ ਦੇਵਲੋਕ 'ਚ ਬਿਠਾਇਆ ਜਾਂਦਾ ਵੀ ਤੁਸੀਂ ਇੱਥੇ ਬੈਠ ਕੇ ਆਰਾਮ ਕਰੋ ਤੇ ਖੇਲ ਨੂੰ ਦੇਖੋ ਜੋ ਤਰਲੋਕੀ ਦੇ ਵਿੱਚ ਚੱਲ ਰਿਹਾ, ਜੋ ਆਪਾਂ ਇਹ ਖੇਲ ਰਹੇ ਹਾਂ ਹੁਣ, ਇਹ ਜਿੰਨੇ ਦੇਵੀ ਦੇਵਤੇ ਇਸ ਖੇਲ ਨੂੰ ਦੇਖਦੇ ਨੇ। ਫਿਰ ਉਹਨਾਂ ਨੂੰ ਦੇਵਲੋਕ 'ਚ ਬਿਠਾ ਕੇ ਵੀ ਤੁਸੀਂ ਹੁਣ ਇੱਥੇ ਆਰਾਮ ਕਰੋ, ਕੁਝ ਸਮਾਂ ਖੇਲ ਨੂੰ ਦੇਖੋ, ਤੇ ਫਿਰ ਜਦੋਂ ਸਮਾਂ ਆਏਗਾ ਫਿਰ ਉਹ ਦੁਬਾਰਾ ਮਾਨਸ ਜਾਮਾ ਦੇਣਗੇ ਤੇ ਫਿਰ ਉਹ ਮਾਨਸ ਜਾਮੇ 'ਚ ਆ ਕੇ ਫਿਰ ਦੁਬਾਰਾ ਇੱਥੇ ਭਗਤੀ ਕਰਨਗੇ। ਇਸ ਕਰਕੇ ਮਾਲਕ ਦੇ ਵਿੱਚ ਤਾਂ ਆਪਾਂ ਓਨਾ ਸਮਾਂ ਸਮਾ ਨਹੀਂ ਸਕਦੇ ਜਿੰਨਾ ਸਮਾਂ ਆਪਾਂ ਉਹਦੇ ਸਨਮੁਖ ਨਹੀਂ ਹੁੰਦੇ, ਜਿੰਨਾ ਸਮਾਂ ਆਪਾਂ ਨਾਮ ਨੂੰ ਸੁਣਦੇ ਨਹੀਂ, ਸਾਡੀ ਟੁੱਟੀ ਹੋਈ ਗੰਢੀ ਨਹੀਂ ਜਾਂਦੀ, ਉਹਨਾਂ ਸਮਾਂ ਆਪਾਂ ਮਾਲਕ 'ਚ ਸਮਾ ਨਹੀਂ ਸਕਦੇ। ਸੋ ਇਸ ਵਾਸਤੇ ਉਹਦਾ ਲਾਹਾ ਫਿਰ ਇਹ ਹੁੰਦਾ ਹੈ ਜੀ ਵੀ ਜਾਂ ਤਾਂ ਸਾਨੂੰ ਦੁਬਾਰਾ ਮਾਨਸ ਜਾਮਾ ਜਾਂ ਸਾਨੂੰ ਦੇਵਲੋਕ, ਜਾਣੀ ਦੀ ਜੀਵ ਹੋਰ ਟੇਢੀਆਂ ਜੂਨਾਂ ਤੋਂ ਬਚ ਜਾਂਦਾ ਹੈ, ਨਹੀਂ ਤਾਂ ਫਿਰ 84 ਦਾ ਚੱਕਰ ਪੈ ਜਾਂਦਾ ਹੈ। ਤੇ ਜਦੋਂ ਆਪਾਂ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਅਸੀਂ ਇਹ 84 ਲੱਖ ਜੂਨ ਹੋਰਾਂ 'ਚ ਨਹੀਂ ਜਾਂਦੇ, ਦੁਬਾਰਾ ਸਾਨੂੰ ਮਾਨਸ ਜਾਮਾ ਦੇ ਦਿੰਦੇ ਨੇ ਖੁਸ਼ ਹੋ ਕੇ। ਤੇ ਫਿਰ ਜਦੋਂ ਮਾਨਸ ਜਾਮਾ ਦਿੰਦੇ, ਜਿੰਨੀ ਆਪਾਂ ਮਿਹਨਤ ਕੀਤੀ ਹੁੰਦੀ ਹੈ ਉਹ ਉੱਥੋਂ ਹੀ ਫਿਰ ਸਾਡਾ ਅੱਗੇ ਜਿਹੜਾ ਉਹ ਚੱਲ ਪੈਂਦਾ। ਜਿਵੇਂ ਹੁਣ ਆਪਾਂ ਦੇਖਦੇ ਹਾਂ ਸੰਸਾਰ 'ਚ ਕਈ ਗੁਰਮੁਖ ਨੇ ਜਿਹੜੇ ਜਦੋਂ ਸਤਸੰਗ 'ਚ ਆਉਂਦੇ, ਗੁਰਮੁਖਾਂ ਦਾ ਸੰਗ ਹੁੰਦਾ ਆਪਾਂ ਨੂੰ, ਉਹਨਾਂ ਤੇ ਬੜੀ ਛੇਤੀ ਕਿਰਪਾ ਹੋ ਜਾਂਦੀ ਨਾਲ ਦੀ ਨਾਲ ਹੀ। ਉਹ ਕੀ ਹੁੰਦਾ ਹੈ ਵੀ ਉਹਨਾਂ ਦਾ ਪਿਛਲੀ ਜਿਹੜੀ ਜਿੱਥੋਂ ਭਗਤੀ ਉਹਨਾਂ ਨੇ ਜਿੰਨੀ ਕੀਤੀ ਹੈ, ਜਿੱਥੇ ਤੱਕ ਉਹ ਗਏ ਨੇ, ਉੱਥੋਂ ਹੀ ਫਿਰ ਦੁਬਾਰਾ ਸਟਾਰਟ ਹੋ ਜਾਂਦੀ ਹੈ। ਤੇ ਕਈਆਂ ਨੂੰ ਫਿਰ ਜ਼ਿਆਦਾ ਸਮਾਂ ਲੱਗਦਾ ਵੀ ਜਿਵੇਂ ਜਿੱਥੋਂ ਆਪਣੀ ਛੱਡੀ ਹੋਈ ਹੈ ਪਿਛਲੀ, ਉੱਥੋਂ ਦੁਬਾਰਾ ਸ਼ੁਰੂ ਹੋਣੀ। ਕਿਸੇ ਨੇ ਘੱਟ ਕੀਤੀ ਭਗਤੀ, ਕਿਸੇ ਨੇ ਜ਼ਿਆਦਾ ਕੀਤੀ ਹੈ, ਇਸ ਕਰਕੇ ਫਿਰ ਕਿਸੇ ਗੁਰਮੁਖਾਂ ਤੇ ਛੇਤੀ ਕਿਰਪਾ ਹੋ ਜਾਂਦੀ ਹੈ, ਕਈਆਂ ਤੇ ਫਿਰ ਥੋੜਾ ਸਮਾਂ ਲੱਗਦਾ ਹੈ ਉਸ ਅਵਸਥਾ ਤੱਕ ਪਹੁੰਚਣ ਵਾਸਤੇ। ਤੇ ਸ਼ੁਰੂ ਉੱਥੋਂ ਹੀ ਹੋ ਜਾਂਦੀ ਜਿੱਥੇ ਅਸੀਂ ਪਹਿਲਾਂ ਛੱਡ ਕੇ ਜਾਂਦੇ ਹਾਂ, ਜਿੱਥੋਂ ਸਾਡਾ ਸਮਾਂ ਪੂਰਾ ਹੋ ਗਿਆ, ਦੁਬਾਰਾ ਫਿਰ ਉੱਥੋਂ ਸਾਡਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਕਰਾ ਦਿੰਦੇ ਨੇ। ਤੇ ਪਰ ਸਮਾ ਨਹੀਂ ਸਕਦੇ ਮਾਲਕ 'ਚ ਜਦ ਤੱਕ ਆਪਾਂ ਉਹਨੂੰ ਮਿਲ ਨਹੀਂ ਲੈਂਦੇ, ਜਦ ਤੱਕ ਆਪਾਂ ਘਰ ਨਹੀਂ ਜਾਂਦੇ। ਹਾਂਜੀ, ਹੋਰ ਕੋਈ ਗੁਰਮੁਖ? ਵਾਹਿਗੁਰੂ ਜੀ। बात कर रहे हैं ਵਾਹਿਗੁਰੂ। हाँ जी वाहिगुरु जी। हाँ जी। ये गुरुवाणी के अनुसार ये उन्मन अवस्था की है जी। ਆਪਾਂ ਨੂੰ ਗੁਰਬਾਣੀ 'ਚ ਦੱਸਿਆ ਜੀ ਬਈ 4 ਸੁੰਨਾਂ ਨੇ, 4 ਸੁੰਨਾਂ ਦਾ ਜ਼ਿਕਰ ਗੁਰਬਾਣੀ ਗੁਰੂ ਵਿੱਚ ਕੀਤਾ ਗੁਰੂ ਨਾਨਕ ਦੇਵ ਜੀ ਨੇ। ਇੱਕ ਸੁੰਨ ਹੈ ਜਿੱਥੇ ਤਰਲੋਕੀ ਦਾ ਖੇਲ ਚੱਲਦਾ ਹੈ, ਜਿੱਥੇ ਵਿਚਾਰਾਂ ਦੇ ਵਿੱਚ ਸਾਡਾ ਮਨ ਆ ਕੇ ਸੌਂ ਜਾਂਦਾ ਹੈ, ਇਹਨੂੰ ਵੀ ਸੁੰਨ ਆਖਿਆ। ਦੂਸਰੀ ਸੁੰਨ ਹੈ ਜਦੋਂ ਆਪਾਂ ਇਹ ਸਿਮਰਨ ਅਭਿਆਸ ਕਰਦੇ ਹਾਂ, ਨੇਤਰ ਆਪਾਂ ਬੰਦ ਕਰ ਲੈਂਦੇ ਹਾਂ, ਸਾਡਾ ਮਨ ਅੰਤਰਮੁਖੀ ਹੋ ਜਾਂਦਾ ਹੈ, ਇਹਨੂੰ ਨਿਜ ਸੁੰਨ ਕਹਿੰਦੇ ਨੇ। ਇਹ ਦੂਜੀ ਸੁੰਨ ਹੈ। ਜਦੋਂ ਆਪਣੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਜਾਂਦੀ ਹੈ, ਉੱਥੇ ਜਾ ਕੇ ਸਾਡਾ ਮਨ ਸਿਮਰਨ ਕਰਦੇ ਕਰਦੇ ਸਮਾ ਜਾਂਦਾ ਅਨਹਦ ਬਾਣੀ ਤੇ, ਉਸ ਨੂੰ ਤੀਜੀ ਸੁੰਨ ਕਹਿੰਦੇ। ਉਹਨੂੰ ਦੇਵ ਲੋਕ ਵੀ ਕਹਿੰਦੇ, ਸਵਰਗ ਵੀ ਕਹਿੰਦੇ, ਤੇ ਉਹਨੂੰ ਤੀਜੀ ਸੁੰਨ ਦਾ ਵੀ ਨਾਂ ਦਿੱਤਾ। ਉਦੋਂ ਆਪਣਾ ਜਿਹੜਾ ਮਨ ਹੈ ਇਹ ਮਾਨਸ ਤੋਂ ਦੇਵਤਾ ਬਣ ਜਾਂਦਾ ਹੈ। ਮਾਰੇ ਫਰਮਾਉਂਦੇ ਬਲਿਹਾਰੀ ਗੁਰ ਆਪਣੀ, ਦਿਵਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਇਸ ਨੂੰ ਤੀਜੀ ਸੁੰਨ ਆਖਿਆ। ਜਿਵੇਂ ਹੁਣ ਆਪਾਂ ਜਦੋਂ ਸਿਮਰਨ ਕਰਦੇ, ਜਿਹਨੇ ਗੁਰਮੁਖਾਂ ਦੇ ਅੰਦਰ ਅਨਹਦ ਬਾਣੀ ਚੱਲਦੀ, ਸ਼ਬਦ ਪ੍ਰਗਟ ਨੇ, ਉਹ ਜਾ ਕੇ ਤੀਜੀ ਸੁੰਨ 'ਚ ਸਮਾਉਂਦੇ ਨੇ। ਫਿਰ ਤੀਜੀ ਸੁੰਨ ਤੋਂ ਅੱਗੇ ਜਦੋਂ ਨਾਦ ਪ੍ਰਗਟ ਹੁੰਦਾ, ਜਿਹਨੂੰ ਸ਼ਬਦ ਗੁਰੂ ਕਹਿੰਦੇ ਨੇ, ਉਹਨੂੰ ਆਪਾਂ ਸੁਣਦੇ ਹਾਂ। ਉਹ ਜਾ ਕੇ ਫਿਰ ਜੋ ਚੌਥੀ ਸੁੰਨ ਹੈ ਉਹਦੇ 'ਚ ਸਮਾਉਂਦਾ, ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਜੋ ਆਪਣਾ ਸਾਰਿਆਂ ਦਾ ਮੂਲ, ਆਪਣਾ ਮਾਤਾ ਪਿਤਾ, ਉਹਨੂੰ ਕਹਿੰਦੇ ਨੇ ਉਨਮਨ, ਚੌਥੀ ਸੁੰਨ। ਜਿੱਥੇ ਨਾ ਦਿਨ ਹੈ ਨਾ ਰਾਤ ਹੈ, ਨਾ ਕੋਈ ਉੱਥੇ ਵੇਦ ਹੈ ਨਾ ਸ਼ਾਸਤਰ ਹੈ, ਉੱਥੇ ਸਿਰਫ ਪ੍ਰਕਾਸ਼ ਹੀ ਪ੍ਰਕਾਸ਼ ਹੈ।
ਮਹਾਰਾਜ ਫਰਮਾਉਂਦੇ ਨੇ, ਦਿਨ ਸੁਨਰੈਣ ਵੇਦ ਨਹੀਂ ਸ਼ਾਸਤਰ, ਤਹਾਂ ਵਸੇ ਨਿਰੰਕਾਰ। ਕਹੋ ਕਬੀਰ ਨਰ ਤਿਸੇ ਧਿਆਵੋ, ਬਾਵਰਿਆ ਸੰਸਾਰ। ਉਹ ਅਨਮਨ ਹੈ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਜੋ ਆਪਣਾ ਸਾਰਿਆਂ ਦਾ ਮੂਲ ਆਪਣਾ ਮਾਤਾ ਪਿਤਾ ਹੈ। ਜਿਹੜੇ ਗੁਰਮੁਖ ਫਿਰ ਉਹ ਅਨਮਨ 'ਚ ਚਲੇ ਗਏ, ਚੌਥੀ ਸੁੰਨ 'ਚ ਚਲੇ ਗਏ, ਉਹਨਾਂ ਵਾਸਤੇ ਕੋਈ ਪਾਪ ਪੁੰਨ ਨਹੀਂ ਹੈ। ਉਹ ਪਾਪ ਪੁੰਨ ਤੋਂ ਉੱਪਰ ਉੱਠ ਗਏ, ਉਹਨਾਂ ਤੇ ਕਿਸੇ ਪਾਪ ਦਾ ਅਸਰ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਗੁਰੂ ਨਾਨਕ ਦੇਵ ਜੀ, ਅੰਤਰ ਸੁਨੰਗ ਬਾਹਰ ਸੁਨੰਗ, ਤ੍ਰੈ ਭਵਨ ਸੁਨਮ ਸੁਨੰਗ, ਚੌਥੀ ਸੁਨੇ ਜੋ ਨਰ ਜਾਣੇ, ਤਾ ਕੋ ਪਾਪ ਨਾ ਪੁੰਨ। ਕਿ ਜਿਨ੍ਹਾਂ ਨੇ ਚੌਥੀ ਸੁੰਨ ਨੂੰ ਜਾਣ ਲਿਆ, ਉਨਮਨ ਨੂੰ ਜਾਣ ਲਿਆ, ਉਹਨਾਂ ਵਾਸਤੇ ਕੋਈ ਪਾਪ ਪੁੰਨ ਨਹੀਂ। ਇਹ ਪਾਪ ਪੁੰਨ ਸਿਰਫ ਤ੍ਰੈ ਗੁਣਾਂ 'ਚ ਨਹੀਂ, ਵਿਚਾਰਾਂ 'ਚ ਨਹੀਂ। ਉਹ ਇਹਨਾਂ ਪਾਪ ਪੁੰਨ ਤੋਂ ਉੱਪਰ ਉੱਠ ਜਾਂਦੇ ਨੇ। ਸੋ ਇਸ ਕਰਕੇ ਫਿਰ ਇਹ ਚੌਥੀ ਸੁੰਨ ਨੂੰ ਉਨਮਨ ਆਖਿਆ। ਜਿੱਥੇ ਆਪਾਂ ਪਹੁੰਚਣਾ ਹੁੰਦਾ ਹੈ ਤੇ ਪਹੁੰਚ ਸਕਦੇ ਹਾਂ। ਫਿਰ ਆਪਾਂ ਗੁਰੂ ਦੀ ਸ਼ਰਨ 'ਚ ਜਾ ਕੇ, ਗੁਰੂ ਵਾਲੇ ਬਣ ਕੇ, ਫਿਰ ਉਹ ਆਪਾਂ ਨੂੰ ਚੌਥੀ ਸੁੰਨ 'ਚ ਦੱਸਦੇ ਬਈ ਕਿਵੇਂ ਅਸੀਂ ਧਿਆਨ ਲਾਉਣਾ। ਜਦੋਂ ਅਸੀਂ ਚੌਥੀ ਸੁੰਨ 'ਚ ਧਿਆਨ ਲਾਉਣਾ ਸਿੱਖ ਲਿਆ, ਫਿਰ ਇਸੇ ਅਵਸਥਾ 'ਚ ਹੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਇੱਕ ਛਿਨ ਦੇ ਵਿੱਚ ਹੀ ਗੁਰਮੁਖ ਨੇ ਜਿਹੜੇ, ਉਹ ਫਿਰ ਕਾਲ ਦੇ ਦਾਇਰੇ ਦੇ ਵਿੱਚੋਂ ਸਿੱਧਾ ਹੀ ਬਾਹਰ ਨਿਕਲ ਕੇ ਘਰ ਚਲੇ ਜਾਂਦੇ ਨੇ। ਜਿਸ ਨੂੰ ਮਹਾਰਾਜ ਕਹਿੰਦੇ ਇੱਕ ਪਲ, ਇੱਕ ਵੀ ਜਿਹੜਾ ਛਿਨ ਦੇ ਵਿੱਚ ਹੀ ਵੀ ਉਹ ਕਾਲ ਦੇ ਦਾਇਰੇ 'ਚੋਂ ਬਾਹਰ ਨਿਕਲ ਗਏ ਤੇ ਆਪਦੇ ਸਿੱਧਾ ਹੀ ਘਰ ਚਲੇ ਗਏ, ਉਨਮਨ ਦੇ ਵਿੱਚ ਚਲੇ ਗਏ। ਇੱਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਸੋ ਇਸ ਵਾਸਤੇ ਫਿਰ ਉਹ ਉਨਮਨ ਹੈ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਹਾਂਜੀ, ਹੋਰ ਕੋਈ ਗੁਰਮੁਖ ਵਾਹਿਗੁਰੂ? ਹਾਂਜੀ ਜੀ, ਗੁਰਬਾਣੀ ਦਾ ਪਾਠ, ਕੀਰਤਨ ਸੁਣਨਾ, ਸ਼ਰਵਣ ਕਰਨਾ ਜਾਂ ਗੁਰਮੰਤਰ ਦਾ ਅਭਿਆਸ ਕਰਨਾ, ਇਹਨਾਂ ਤਿੰਨਾਂ ਵਿੱਚੋਂ ਉੱਤਮ ਕੀ ਹੈ? ਕਿਹੜਾ ਰਸਤਾ ਐਸਾ ਹੈ ਕਿ ਜਿਸ ਦੇ ਨਾਲ ਅਸੀਂ ਜਲਦੀ ਹੱਡੀ ਨਾਲ ਮੇਲ ਹੋਏ? ਜਿਵੇਂ ਇੱਥੇ ਤੇ ਗੁਰਮੰਤਰ ਦੇ ਅਭਿਆਸ ਨੂੰ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਕਿ ਅਸੀਂ ਸੁਰਨੇ ਸਮਾਪਤ ਕਰ ਲਾਂਗੇ ਤੇ ਸ਼ਬਦ ਪ੍ਰਗਟ ਹੋ ਜਾਣਗੇ। ਤੇ ਦੀਦੀ, ਜੋ ਗੁਰਬਾਣੀ ਸੁਣਨੇ ਆ ਅਸੀਂ ਔਰ ਜੋ ਕੀਰਤਨ ਸੁਣਨੇ ਆ, ਉਹ ਇਸ ਵਿੱਚ ਸਹਾਈ ਹੈਗਾ ਹੈ ਨਾ ਦੀਦੀ? ਔਰ ਉਹ ਜੇ ਅਸੀਂ ਉਹਨੂੰ ਜ਼ਿਆਦਾ ਸੁਣਦੇ ਹਾਂ, ਗੁਰੂ ਮੰਤਰ ਦਾ ਅਭਿਆਸ ਅਸੀਂ ਸੰਗਤ ਵਿੱਚ ਹੀ ਕਰਦੇ ਹਾਂ, ਤੇ ਕੀ ਉਹਨਾਂ ਕਾਫੀ ਹੈ ਜਾਂ ਫਿਰ ਸਾਨੂੰ ਗੁਰੂ ਮੰਤਰ ਦੇ ਅਭਿਆਸ ਨੂੰ ਹੀ ਦ੍ਰਿੜ ਕਰਨਾ ਚਾਹੀਦਾ? ਦੇਖੋ ਜੀ, ਆਪਾਂ ਵਿਚਾਰ ਰੋਕਣੇ ਨੇ। ਆਪਾਂ ਦੇਖਣਾ ਵੀ ਵਿਚਾਰ ਸਾਡੇ ਕਿਵੇਂ ਛੇਤੀ ਰੁਕਦੇ ਨੇ। ਸਭ ਦਾ ਆਪੋ ਆਪਣਾ ਮਨ ਦੀ ਅਵਸਥਾ ਹੁੰਦੀ ਹੈ। ਕਿਸੇ ਦੇ ਸੁਣਨ ਦੇ ਨਾਲ ਜ਼ਿਆਦਾ ਰੁਕ ਜਾਂਦੇ, ਕਿਸੇ ਦੇ ਬੋਲਣ ਦੇ ਨਾਲ ਰੁਕਦੇ ਨੇ, ਕਿਸੇ ਦੇ ਦੇਖਣ ਨਾਲ ਰੁਕਦੇ ਨੇ। ਸੋ ਇਸ ਵਾਸਤੇ ਹੁਣ ਆਪਾਂ ਦੇਖਣਾ ਵੀ ਸਾਡਾ ਮਨ ਹੈ ਜਿਹੜਾ, ਉਹਦੀ ਅਵਸਥਾ ਕਿੱਦਾਂ ਦੀ ਹੈ। ਕੀ ਉਹਦੀ ਸੁਣਨ ਦੀ ਅਵਸਥਾ ਜ਼ਿਆਦਾ ਹੈ, ਜਾਂ ਬੋਲਣ ਦੀ ਅਵਸਥਾ ਜ਼ਿਆਦਾ ਹੈ, ਜਾਂ ਸਾਈ 'ਚ ਬੈਠਣ ਦੀ ਅਵਸਥਾ ਜ਼ਿਆਦਾ ਹੈ। ਆਪਾਂ ਉਸ ਮੁਤਾਬਕ ਦੇਖਣਾ ਹੁੰਦਾ ਹੈ। ਬਾਕੀ ਇਹ ਹੁੰਦਾ ਹੈ ਵੀ ਜੋ ਆਪਾਂ ਇਹ ਗੁਰਬਾਣੀ ਪੜ੍ਹਦੇ ਹਾਂ ਜਾਂ ਸੁਣਦੇ ਹਾਂ, ਇਹ ਆਪਾਂ ਨੂੰ ਸਤਿਗੁਰੂ ਰਸਤਾ ਦੱਸ ਰਹੇ ਨੇ ਵੀ ਉੱਥੇ ਤੁਸੀਂ ਪਹੁੰਚੋ। ਜਿਵੇਂ ਹੁਣ ਆਪਾਂ ਗੁਰਬਾਣੀ ਨੂੰ ਪੜ੍ਹ ਲਿਆ, ਰੋਜ਼ ਪੜ੍ਹਦੇ ਹਾਂ ਆਪਾਂ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਪੜ੍ਹ ਲਿਆ ਤੇ ਆਪਾਂ ਨੂੰ ਪੜ੍ਹਦਿਆਂ ਨੂੰ, ਜਿੰਨੀ ਆਪਣੀ ਉਮਰ ਤਕਰੀਬਨ ਆਪਾਂ ਨੂੰ ਪੜ੍ਹਦਿਆਂ ਨੂੰ ਹੋ ਗਿਆ, ਆਪਾਂ ਰੋਜ਼ ਹੀ ਪੜ੍ਹਦੇ ਹਾਂ। ਹੁਣ ਆਪਾਂ ਪੜ੍ਹ ਤਾਂ ਲੈਂਦੇ ਹਾਂ, ਫਿਰ ਆਪਾਂ ਪੁੱਛਣਾ ਹੁੰਦਾ ਵੀ ਉਹ ਨਿੱਜ ਘਰ ਦੇ ਵਿੱਚ ਅਸੀਂ ਜਾਈਏ ਕਿਵੇਂ? ਤੇ ਉਹਦੇ ਵਿੱਚ ਜਾਣ ਵਾਸਤੇ ਫਿਰ ਸਾਨੂੰ ਸਿਮਰਨ ਕਰਨਾ ਪੈਣਾ ਹੈ। ਜਿਵੇਂ ਆਪਾਂ ਨੂੰ ਰਸਤਾ ਦੱਸ ਦਿੱਤਾ, ਗੁਰਬਾਣੀ ਗੁਰੂ 'ਚ ਐਡਰੈਸ ਦੇ ਦਿੱਤਾ ਆਪਾਂ ਨੂੰ ਪਰਮਾਤਮਾ ਨੂੰ ਮਿਲਾਪ ਦਾ। ਹੁਣ ਜਿਵੇਂ ਆਪਾਂ ਇੱਕ ਥਾਂ ਤੋਂ ਦੂਸਰੀ ਥਾਂ ਜਾਣਾ ਹੈ, ਆਪਾਂ ਸਫ਼ਰ ਕਰਨਾ ਹੈ। ਜੇ ਹੁਣ ਆਪਾਂ ਉਹ ਐਡਰੈਸ ਰੋਜ਼ ਇਕੱਲਾ ਪੜ੍ਹੀ ਜਾਈਏ ਤੇ ਆਪਾਂ ਚੱਲੀਏ ਨਾ, ਤੇ ਆਪਾਂ ਉੱਥੇ ਪਹੁੰਚ ਨਹੀਂ ਸਕਦੇ ਜਿੱਥੇ ਸਾਨੂੰ ਪਹੁੰਚਣ ਨੂੰ ਕਹਿ ਰਹੇ ਨੇ। ਇਸੇ ਤਰ੍ਹਾਂ ਹੀ ਫਿਰ ਜਿਹੜਾ ਸਫ਼ਰ ਸਾਡੀ ਸੁਰਤੀ ਨੇ ਕਰਨਾ ਹੈ, ਉਹ ਕਰਨਾ ਹੈ ਸਿਮਰਨ ਕਰਕੇ, ਅਭਿਆਸ ਕਰਕੇ। ਜਿਉਂ-ਜਿਉਂ ਅਸੀਂ ਅਭਿਆਸ ਕਰਾਂਗੇ, ਸਾਡੇ ਵਿਚਾਰ ਫੁਰਨੇ ਰੁਕਣਗੇ ਤੇ ਫਿਰ ਸਾਡੀ ਸੁਰਤੀ ਅੱਗੇ ਸਫ਼ਰ ਕਰੇਗੀ। ਜੇ ਹੁਣ ਆਪਾਂ ਸਿਮਰਨ ਨਹੀਂ ਕਰਦੇ ਤੇ ਸਾਡੀ ਸੁਰਤੀ ਜਿਹੜੀ ਫਿਰ ਉੱਥੇ ਹੀ ਰੁਕੀ ਰਹਿੰਦੀ ਹੈ। ਫਿਰ ਆਪਣਾ ਜਿਹੜਾ ਅੱਗੇ ਸਫ਼ਰ ਹੈ ਉਹ ਤੈਅ ਨਹੀਂ ਹੁੰਦਾ ਹੈ। ਇਸ ਵਾਸਤੇ ਫਿਰ ਆਪਾਂ ਗੁਰਬਾਣੀ ਨੂੰ ਪੜ੍ਹਨਾ ਵੀ ਹੈ, ਵਿਚਾਰਨਾ ਵੀ ਹੈ, ਸੁਣਨਾ ਵੀ ਹੈ, ਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਵੀ ਹੈ, ਸਿਮਰਨ ਵੀ ਕਰਨਾ ਹੈ।
ਬਾਕੀ ਜੋ ਸਾਰਾ ਗੁਰਬਾਣੀ ਗੁਰੂ ਦਾ ਤੱਤ ਨਿਚੋੜ ਹੈ ਉਹ ਸਿਮਰਨ ਹੈ। ਜਿਵੇਂ ਹੁਣ ਜਦੋਂ ਹਜੇ ਗੁਰਬਾਣੀ ਗੁਰੂ ਨਹੀਂ ਸੀ ਪ੍ਰਗਟ ਹੋਏ, ਭਗਤਾਂ ਨੇ ਫਿਰ ਜਦੋਂ ਉਹਨਾਂ ਦੇ ਅੰਦਰ ਹਜੇ ਤੜਫੀ ਸੀ, ਵਿਰਾਗ ਹੀ ਸੀ ਵੀ ਅਸੀਂ ਪਰਮਾਤਮਾ ਨੂੰ ਮਿਲਣਾ ਹੈ, ਤੇ ਉਹ ਜਦੋਂ ਗੁਰੂ ਦੀ ਸ਼ਰਨ ਚ ਗਏ ਤੇ ਉਹਨਾਂ ਨੇ ਫਿਰ ਗੁਰਮੰਤਰ ਲਿਆ ਤੇ ਗੁਰਮੰਤਰ ਦਾ ਹੀ ਅਭਿਆਸ ਕੀਤਾ। ਜਦੋਂ ਸ਼ਬਦ ਦਾ ਅਭਿਆਸ ਕੀਤਾ ਤੇ ਫਿਰ ਹੀ ਉਹਨਾਂ ਨੇ ਮਿਲਾਪ ਕੀਤਾ ਤੇ ਫਿਰ ਹੀ ਅੱਗੇ ਮਿਲਾਪ ਤੋਂ ਬਾਅਦ ਫਿਰ ਗੁਰਬਾਣੀ ਉਚਾਰਨ ਕੀਤੀ ਗਈ ਹੈ। ਜਿਨ੍ਹਾਂ ਗੁਰਮੁਖਾਂ ਦੀ ਗੁਰਬਾਣੀ ਹੈ ਭਗਤਾਂ ਦੀ, ਉਹਨਾਂ ਨੇ ਪਹਿਲਾਂ ਮਿਲਾਪ ਕੀਤਾ ਪਰਮਾਤਮਾ ਦੇ ਨਾਲ, ਮਿਲਾਪ ਤੋਂ ਬਾਅਦ ਫਿਰ ਗੁਰਬਾਣੀ ਉਚਾਰਨ ਕੀਤੀ ਗਈ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਨੇ ਵੀ ਜੋ ਆਪਾਂ ਨੂੰ ਰਸਤਾ ਦੱਸ ਰਹੇ ਵੀ ਉਸ ਰਸਤੇ ਦੇ ਉੱਤੇ ਚੱਲਣ ਵਾਸਤੇ ਫਿਰ ਇਹ ਸਿਮਰਨ ਜ਼ਰੂਰੀ ਹੈ, ਅਭਿਆਸ ਜ਼ਰੂਰੀ ਹੈ। ਜਿੰਨਾ ਆਪਾਂ ਸ਼ਬਦ ਦੀ ਕਮਾਈ ਕਰਾਂਗੇ ਤੇ ਫਿਰ ਹੀ ਆਪਾਂ ਇਸ ਰਸਤੇ ਦੇ ਉੱਤੇ ਚੱਲਦੇ ਹੋਏ ਉੱਥੇ ਪਹੁੰਚ ਸਕਦੇ ਜਿੱਥੇ ਆਪਾਂ ਨੂੰ ਪਹੁੰਚਣ ਨੂੰ ਕਹਿ ਰਹੇ ਨੇ। ਸੋ ਇਸ ਵਾਸਤੇ ਫਿਰ ਜੀ ਇਹ ਸਾਰਾ ਹੀ ਜ਼ਰੂਰੀ ਹੈ ਵੀ ਗੁਰਬਾਣੀ ਨੂੰ ਆਪਾਂ ਪੜ੍ਹਨਾ ਵੀ ਹੈ, ਸੁਣਨਾ ਵੀ ਹੈ, ਵਿਚਾਰਨਾ ਵੀ ਹੈ ਤੇ ਮੰਨਣਾ ਵੀ ਹੈ। ਜੇ ਹੁਣ ਆਪਾਂ ਇਕੱਲਾ ਜਿਵੇਂ ਪੜ੍ਹਦੇ ਹੀ ਹਾਂ, ਜੇ ਜੀਵ ਬੁੱਝਦਾ ਨਹੀਂ ਵੀ ਕੀ ਕਹਿ ਰਹੇ ਨੇ, ਤੇ ਫਿਰ ਮਹਾਰਾਜ ਕਹਿੰਦੇ ਪੜ੍ਹਿਆ ਨਾਹੀਂ ਭੇਦ ਬੂਝਿਆ ਪਾਵਣਾ, ਵੀ ਇਕੱਲਾ ਪੜ੍ਹਨ ਦੇ ਨਾਲ ਹੀ ਨਹੀਂ, ਅਸੀਂ ਬੁੱਝਣਾ ਵੀ ਹੈ ਵੀ ਜੋ ਸਾਨੂੰ ਬੁਝਾ ਰਹੇ ਨੇ ਨਾਮ ਨੂੰ। ਜਿਵੇਂ ਗੁਰੂਆਂ ਦੀ ਬਾਣੀ, ਭਗਤਾਂ ਦੀ ਬਾਣੀ, ਉਹ ਸਾਨੂੰ ਸ਼ਬਦ ਗੁਰੂ ਦੀ ਪਹਿਚਾਣ ਕਰਾਉਂਦੇ ਵੀ ਜਿਹਦੇ ਨਾਲੋਂ ਸਾਡੇ ਮਨ ਦੀ ਲਿਵ ਟੁੱਟੀ ਹੈ। ਮਹਾਰਾਜ ਕਹਿੰਦੇ ਗੁਰ ਕੀ ਬਾਣੀ ਸ਼ਬਦ ਪਛਾਤੀ, ਵੀ ਗੁਰੂਆਂ ਦੀ ਬਾਣੀ ਸ਼ਬਦ ਗੁਰੂ ਦੀ ਪਹਿਚਾਣ ਕਰਾ ਰਹੇ ਨੇ ਵੀ ਉਹ ਸ਼ਬਦ ਗੁਰੂ ਜਿਹਦੇ ਨਾਲੋਂ ਸਾਡੀ ਸੁਰਤੀ ਟੁੱਟ ਚੁੱਕੀ ਹੈ, ਸਾਡੇ ਮਨ ਨੂੰ ਇਹ ਮਾਇਆ ਲੱਗੀ ਹੈ, ਤ੍ਰਿਸ਼ਨਾ ਲੱਗੀ ਹੈ, ਜੋ ਆਪਾਂ ਪੜ੍ਹਦੇ ਰੋਜ਼ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਬਈ ਉਹ ਸਾਡੀ ਲਿਵ ਟੁੱਟ ਚੁੱਕੀ ਹੈ। ਤੇ ਉਹ ਟੁੱਟੀ ਹੋਈ ਸਾਡੀ ਫਿਰ ਜਿਹੜੀ ਗੰਢੀ ਜਾਣੀ ਜੁੜਨੀ, ਉਹ ਫਿਰ ਅਭਿਆਸ ਕਰਕੇ ਹੀ ਜੁੜਨੀ, ਸਿਮਰਨ ਕਰਕੇ ਹੀ ਜੁੜਨੀ ਹੈ। ਸੋ ਇਸ ਵਾਸਤੇ ਜੀ ਫਿਰ ਇਹ ਆਪਾਂ ਨੂੰ ਜ਼ਰੂਰੀ ਹੈ ਸਾਰਾ ਹੀ ਵੀ ਆਪਾਂ ਗੁਰਬਾਣੀ ਵੀ ਪੜ੍ਹਨੀ, ਨਿਤਨੇਮ ਵੀ ਕਰਦੇ ਹਾਂ, ਹੋਰ ਵੀ ਗੁਰਬਾਣੀ ਪੜ੍ਹੋ ਵੱਧ ਤੋਂ ਵੱਧ, ਪਰ ਵਿਚਾਰੋ ਉਹਨੂੰ ਇਹ ਨਾ ਹੋਵੇ ਬਈ ਸਾਡਾ ਮਨ ਹੋਰ ਪਾਸੇ ਭੱਜਾ ਫਿਰੇ ਤੇ ਗੁਰਬਾਣੀ ਆਤਮਾ ਪੜ੍ਹੀ ਜਾਵੇ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਨਾ, ਮਨ ਕਰਕੇ ਪੜ੍ਹਨਾ ਹੈ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਤੇ ਜਦੋਂ ਆਪਾਂ ਸੁਣਨਾ ਵੀ ਇਹ ਮਨ ਕਰਕੇ ਸੁਣਨਾ ਹੈ ਵੀ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਸੋ ਇਸ ਕਰਕੇ ਫਿਰ ਜਦੋਂ ਮਨ ਕਰਕੇ ਕਰਾਂਗੇ ਫਿਰ ਸਾਡੇ ਜਿਹੜੇ ਸਵਾਸ ਨੇ ਫਿਰ ਇਹ ਸਫਲ ਹੋ ਜਾਂਦੇ। ਚਾਹੇ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਵੀ ਸਾਡੇ ਸਵਾਸ ਸਫਲ ਨੇ, ਚਾਹੇ ਆਪਾਂ ਸੁਣਦੇ ਹਾਂ ਤਾਂ ਵੀ ਸਫਲ ਨੇ, ਚਾਹੇ ਆਪਾਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਤਾਂ ਵੀ ਇਹ ਸਾਡੇ ਸਵਾਸ ਨੇ ਜਿਹੜੇ ਇਹ ਸਫਲ ਹੁੰਦੇ ਨੇ, ਮੋਖ ਦੇ ਹੱਟ ਤੇ ਫਿਰ ਜਮ੍ਹਾਂ ਹੋ ਜਾਂਦੇ ਨੇ। ਇਹੀਓ ਆਪਾਂ ਨੂੰ ਸਮਝਾਉਂਦੇ ਵੀ ਇਹਨਾਂ ਦਮਾਂ ਨੂੰ, ਸਵਾਸਾਂ ਨੂੰ ਸੰਭਾਲੋ। ਮਹਾਰਾਜ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ, ਕਿ ਕੋਈ ਵੀ ਦਮ ਕੋਸ਼ਿਸ਼ ਕਰੋ ਵੀ ਵਿਅਰਥ ਨਾ ਜਾਵੇ, ਇਹਨਾਂ ਨੂੰ ਸੰਭਾਲੋ। ਉਹ ਚਾਹੇ ਹੁਣ ਤੁਸੀਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸੰਭਾਲੋ, ਚਾਹੇ ਸੁਣ ਕੇ ਸੰਭਾਲੋ, ਚਾਹੇ ਗੁਰਮੰਤਰ ਦਾ ਅਭਿਆਸ ਕਰਕੇ ਏਦਾਂ ਸੰਭਾਲ ਲਓ। ਹਾਂਜੀ, ਹੋਰ ਕੋਈ ਗੁਰਮੁਖ? ਵਾਹਿਗੁਰੂ ਜੀ। ਵਾਹਿਗੁਰੂ ਜੀ, ਵਿਰਾਗ ਦੀ ਅਵਸਥਾ ਵੀ ਦੱਸੋ। ਵਿਰਾਗ ਦੀ ਅਵਸਥਾ ਏਦਾਂ ਹੁੰਦੀ ਹੈ ਜੀ ਬਈ ਵਿਰਾਗ ਹੈ ਜਿਹੜਾ ਆਪਾਂ ਨੂੰ ਗੁਰਬਾਣੀ 'ਚ ਦੱਸਿਆ ਹੈ ਵੀ ਉਹ 4 ਕਿਸਮ ਦਾ ਵਿਰਾਗ ਹੁੰਦਾ ਹੈ। ਇੱਕ ਤਾਂ ਵਿਰਾਗ ਹੁੰਦਾ ਹੈ ਵੀ ਜਦੋਂ ਆਪਾਂ ਹੁਣ ਇਹ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਜਾਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਜਾਂ ਕੋਈ ਸ਼ਬਦ ਕੀਰਤਨ ਸੁਣਦੇ ਹਾਂ, ਕਈ ਵਾਰ ਆਪਣੇ ਅੱਖਾਂ ਦੇ ਵਿੱਚ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ। ਇਹ ਜਿਹੜਾ ਪਹਿਲੀ ਅਵਸਥਾ ਦਾ ਵਿਰਾਗ ਹੁੰਦਾ ਹੈ, ਉਹ ਇਸ ਤਰ੍ਹਾਂ ਹੁੰਦਾ ਵੀ ਥੋੜ੍ਹਾ ਜਿਹਾ ਆਇਆ, ਆਪਾਂ ਰੋਣ ਲੱਗ ਗਏ, ਥੋੜ੍ਹਾ ਜਿਹਾ ਵਿਰਾਗ ਕੀਤਾ ਤੇ ਫਿਰ ਬੰਦ ਹੋ ਗਿਆ। ਇਹ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਇੱਕ ਦੁੱਧ ਹੁੰਦਾ ਹੈ, ਉਹਨੂੰ ਉਬਾਲਾ ਆਉਂਦਾ ਹੈ, ਵੀ ਉਬਾਲਾ ਆਇਆ, ਇੱਕ ਵਾਰ ਉੱਪਰ ਨੂੰ ਉੱਠਿਆ ਤੇ ਮੁੜ ਕੇ ਫਿਰ ਥੱਲੇ ਬੈਠ ਗਿਆ। ਇਹ ਪਹਿਲੀ ਸਟੇਜ ਦਾ ਵਿਰਾਗ ਹੈ। ਦੂਸਰੀ ਸਟੇਜ ਦਾ ਵਿਰਾਗ ਆਪਾਂ ਨੂੰ ਉਦੋਂ ਆਉਂਦਾ ਜਦੋਂ ਆਪਾਂ ਸਿਮਰਨ ਅਭਿਆਸ ਕਰਦੇ ਹੋਏ ਮਨ ਨੂੰ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਕਰਕੇ ਆਪਾਂ ਦਰ ਦੇ ਉੱਤੇ ਬੈਠ ਜਾਂਦੇ ਹਾਂ।
ਜਿੱਥੇ ਮਾਲਕ ਬੈਠ ਕੇ ਸਾਨੂੰ ਸਾਰਿਆਂ ਨੂੰ ਦੇਖਦਾ, ਉਹ ਨਿੱਜ ਘਰ ਥਿਰ ਘਰ ਦੇ ਜਦੋਂ ਆਪਾਂ ਦਰ ਦੇ ਉੱਤੇ ਬੈਠ ਜਾਂਦੇ ਹਾਂ, ਉੱਥੇ ਸ਼ਰਧਾ ਤੇ ਭਾਵਨਾ ਦੇ ਨਾਲ ਬੈਠੇ ਹਾਂ, ਜਦੋਂ ਮਾਲਕ ਦਰ ਨਹੀਂ ਖੋਲ੍ਹਦਾ ਫਿਰ ਉੱਥੇ ਦੂਸਰੀ ਸਟੇਜ ਦਾ ਵਿਰਾਗ ਆਉਂਦਾ ਹੈ। ਜਿੱਥੇ ਆਪਾਂ ਨੂੰ ਫਿਰ ਦੱਸਿਆ ਗੁਰੂ ਨੇ ਵੀ ਉੱਥੇ ਤੁਸੀਂ ਬੈਠਣਾ ਸਬਰ ਤੇ ਸੰਤੋਖ ਦੇ ਨਾਲ। ਮਹਾਰਾਜ ਕਹਿੰਦੇ ਸਾਚ ਭੇਟ ਬੈਸਣ ਕੋ ਥਾਓ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸੱਦ ਬਹਾਲੇ ਪਾਸ। ਵੀ ਉੱਥੇ ਜਦੋਂ ਆਪਾਂ ਸਬਰ ਤੇ ਸੰਤੋਖ ਦੇ ਨਾਲ ਸ਼ਰਧਾ ਦੇ ਨਾਲ ਬੈਠਦੇ ਹਾਂ, ਬੈਠੇ ਰਹਿੰਦਾ ਮਨ, ਉੱਥੇ ਫਿਰ ਜਦੋਂ ਮਾਲਕ ਨਹੀਂ ਬੁਲਾਉਂਦਾ, ਉੱਥੇ ਫਿਰ ਦੂਜੀ ਸਟੇਜ ਦਾ ਵਿਰਾਗ ਹੈ। ਜਿਵੇਂ ਭਗਤ ਜਨ ਉੱਥੇ ਬੈਠੇ, ਜਿਵੇਂ ਬਾਬਾ ਕਬੀਰ ਜੀ ਬੈਠੇ ਰਹੇ, ਬਹੁਤ ਸਮਾਂ ਬੈਠਿਆਂ ਨੂੰ ਲੰਘ ਗਿਆ, ਉਹਨਾਂ ਨੂੰ ਮਾਲਕ ਨੇ ਬੁਲਾਇਆ ਹੀ ਨਹੀਂ। ਮਨ ਵਿਰਾਗੀ ਹੋਇਆ ਬੈਠਾ ਹੈ ਵੀ ਮਾਤਾ ਪਿਤਾ ਇੰਨਾ ਸਮਾਂ ਹੋ ਗਿਆ ਬੈਠਿਆਂ ਨੂੰ, ਵੀ ਕਿਉਂ ਨਹੀਂ ਦਰ ਖੋਲ੍ਹਦੇ, ਕਿਉਂ ਨਹੀਂ ਬੁਲਾਉਂਦੇ ਹੈ। ਉੱਥੇ ਫਿਰ ਤੋਂ ਦੂਸਰੀ ਸਟੇਜ ਦਾ ਵਿਰਾਗ ਆਉਂਦਾ ਹੈ। ਤੇ ਫਿਰ ਜਦੋਂ ਮਨ ਦਾ ਉਹ ਵਿਰਾਗ ਹੈ, ਉੱਥੇ ਜ਼ਰੂਰੀ ਨਹੀਂ ਵੀ ਸਾਡੀਆਂ ਇਹਨਾਂ ਅੱਖਾਂ 'ਚੋਂ ਪਾਣੀ ਆਵੇ, ਉਹ ਮਨ ਦਾ ਵਿਰਾਗ ਹੈ। ਉਹ ਫਿਰ ਜਿਹੜਾ ਵਿਰਾਗ ਉਹ ਹਰ ਸਮੇਂ ਰਹਿੰਦਾ, ਜਦੋਂ ਸਾਡਾ ਮਨ ਦਰ ਤੇ ਬੈਠਾ ਰਹੇਗਾ, ਉਹ ਜਦ ਤੱਕ ਮਾਲਕ ਦਰ ਖੋਲ੍ਹਦਾ ਨਹੀਂ, ਉਹ ਮਨ ਵਿਰਾਗੀ ਹੋਇਆ ਰਹਿੰਦਾ। ਫਿਰ ਜਦੋਂ ਮਾਲਕ ਆਪਾਂ ਨੂੰ ਦਰ ਖੋਲ੍ਹ ਦਿੰਦਾ ਹੈ, ਉਹਨੂੰ ਪ੍ਰਤੀਤ ਆ ਜਾਂਦੀ ਹੈ, ਫਿਰ ਜਦੋਂ ਅੰਦਰ ਬੁਲਾਉਂਦੇ, ਫਿਰ ਅੰਦਰ ਜਦੋਂ ਬੁਲਾਉਂਦੇ ਮਾਲਕ ਨੂੰ ਆਪਾਂ ਮਿਲਦੇ ਹਾਂ, ਫਿਰ ਉੱਥੇ ਤੀਜੀ ਸਟੇਜ ਦਾ ਵਿਰਾਗ ਹੈ। ਬਈ ਇੰਨੇ ਸਮੇਂ ਬਾਅਦ, ਲੰਮੇ ਕਈਆਂ ਯੁੱਗਾਂ ਬਾਅਦ ਵਿਛੜੇ ਹੋਏ ਫਿਰ ਦੁਬਾਰਾ ਮਿਲੇ ਆ, ਉਹ ਫਿਰ ਖੁਸ਼ੀ ਦਾ ਵਿਰਾਗ ਹੁੰਦਾ ਹੈ। ਫਿਰ ਇੱਧਰ ਸੰਸਾਰ ਦੇ ਵਿੱਚ ਕੋਈ ਵਿਰਾਗ ਨਹੀਂ ਰਹਿੰਦਾ। ਜਦੋਂ ਉਸ ਅਵਸਥਾ 'ਚ ਆਪਣਾ ਮਨ ਚਲਾ ਗਿਆ, ਫਿਰ ਚੌਥੀ ਸਟੇਜ ਦਾ ਜਿਹੜਾ ਵਿਰਾਗ ਹੈ ਉਹ ਉਦੋਂ ਆਉਂਦਾ ਜਦੋਂ ਫਿਰ ਗੁਰਮੁਖ ਇਹ ਦੇਹ ਨੂੰ ਛੱਡ ਕੇ ਜਾਂਦੇ ਸਦਾ ਵਾਸਤੇ ਪਰਲੋਕ ਦੇ ਵਿੱਚ। ਮਾਲਕ ਇੰਤਜ਼ਾਰ ਕਰ ਰਿਹਾ ਹੁੰਦਾ ਵੀ ਬੱਚਾ ਮੇਰਾ ਖੇਲ ਨੂੰ ਜਿੱਤ ਕੇ ਆ ਰਹੇ। ਫਿਰ ਜਦੋਂ ਗੁਰਮੁਖ ਜਾਂਦੇ, ਮਾਲਕ ਉਹਨਾਂ ਨੂੰ ਸ਼ਾਬਾਸ਼ ਦਿੰਦਾ ਤੇ ਗਲ ਨਾਲ ਲਾ ਲੈਂਦਾ। ਫਿਰ ਉੱਥੇ ਗੁਰਮੁਖ ਵਿਰਾਗੀ ਹੋ ਜਾਂਦੇ। ਉੱਥੇ ਫਿਰ ਮਾਲਕ ਪੁੱਛਦਾ ਵੀ ਹੁਣ ਕਿਉਂ ਵਿਰਾਗ ਆ ਰਹੇ, ਵੀ ਹੁਣ ਤਾਂ ਤੁਸੀਂ ਖੇਲ ਨੂੰ ਜਿੱਤ ਕੇ ਆਏ ਹੋ। ਫਿਰ ਗੁਰਮੁਖ ਉੱਥੇ ਦੱਸਦੇ ਵੀ ਮੈਨੂੰ ਵਿਰਾਗ ਇਸ ਕਰਕੇ ਆਇਆ ਵੀ ਉਹ ਰਸਤੇ ਵਿੱਚ ਉਹ ਸਾਰਾ ਸੀਨ ਦੇਖਦੇ ਜਾਂਦੇ। ਜਦੋਂ ਗੁਰਮੁਖ ਨਾਚ ਸਮਾ ਕੇ ਉੱਪਰ ਦੀ ਜਾਂਦੇ ਤੇ ਇਹ ਭਵ ਸਾਗਰ ਥੱਲੇ ਰਹਿ ਜਾਂਦੇ, ਤੇ ਥੱਲੇ ਫਿਰ ਸਾਰਾ ਦਿਖਾਈ ਦਿੰਦਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਹਾਂ, ਆਪਣੇ ਗੁਰਮੁਖ ਕੋਈ ਵੀ ਜਿਵੇਂ ਪਲੇਨ ਦੇ ਵਿੱਚ ਸਫ਼ਰ ਕਰਦੇ ਹੋ, ਜਦੋਂ ਪਲੇਨ ਉੱਪਰ ਉੱਡਦਾ ਤੇ ਉਹ ਥੱਲੇ ਆਪਾਂ ਨੂੰ ਸਾਰਾ ਕੁਛ ਨਜ਼ਰ ਆਉਂਦਾ, ਉਵੇਂ ਦਿਖਦਾ ਥੱਲੇ ਨੂੰ। ਸੋ ਇਸੇ ਤਰ੍ਹਾਂ ਹੀ ਫਿਰ ਇਹ ਜਿਹੜਾ ਨਾਮ ਹੈ ਇਹਨੂੰ ਤਾਂਹੀਓ ਜਹਾਜ਼ ਵੀ ਆਖਿਆ। ਜਦੋਂ ਸਾਡਾ ਮਨ ਇਹਦੇ ਤੇ ਸਵਾਰ ਹੋ ਕੇ ਜਾਂਦਾ, ਉਹ ਭਵ ਸਾਗਰ ਥੱਲੇ ਆਪਾਂ ਨੂੰ ਨਜ਼ਰ ਆਉਂਦਾ ਸਾਰਾ ਕੁਛ। ਫਿਰ ਉੱਥੇ ਗੁਰਮੁਖ ਦੇਖਦੇ ਵੀ ਕਿਵੇਂ ਉੱਥੇ ਚੀਕਾਂ ਪੈਂਦੀਆਂ, ਕੁਲਾਟਾਂ ਪੈਂਦੀਆਂ, ਜੀਵਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ। ਤੇ ਫਿਰ ਉਹ ਗੁਰਮੁਖ ਬੇਨਤੀ ਕਰਦੇ ਮਾਲਕ ਨੂੰ ਵੀ ਮੈਨੂੰ ਵਿਰਾਗ ਤਾਂ ਆਇਆ ਵੀ ਮੈਂ ਰਸਤੇ ਵਿੱਚ ਉਹ ਸਾਰਾ ਸੀਨ ਦੇਖਦਾ ਆ ਰਿਹਾ। ਵੀ ਜੇ ਤੁਸੀਂ ਮੇਰੇ ਤੇ ਕਿਰਪਾ ਦ੍ਰਿਸ਼ਟੀ ਨਾ ਕਰਦੇ, ਮੈਨੂੰ ਸਤ ਸੰਗਤ ਨਾ ਮਿਲਾਉਂਦੇ, ਨਾ ਮੈਨੂੰ ਨਾਮ ਦੀ ਦਾਤ ਦਿੰਦੇ ਤੁਸੀਂ, ਤੇ ਫਿਰ ਅੱਜ ਮੇਰਾ ਵੀ ਉਹੀਓ ਹਾਲ ਹੋਣਾ ਸੀ ਜਿਹੜਾ ਮੈਂ ਦੇਖਦਾ ਆ ਰਿਹਾ। ਉੱਥੇ ਫਿਰ ਗੁਰਮੁਖ ਜਿਹੜੇ ਵਿਰਾਗੀ ਹੋ ਜਾਂਦੇ ਉਦੋਂ, ਤੇ ਫਿਰ ਮਾਲਕ ਉਹਨਾਂ ਨੂੰ ਆਪਦੇ ਵਿੱਚ ਸਮਾ ਲੈਂਦਾ, ਸਦਾ ਵਾਸਤੇ ਲੀਨ ਕਰ ਲੈਂਦਾ। ਇੱਥੇ ਫਿਰ ਗੁਰਮੁਖ ਕਹਿੰਦੇ ਨੇ ਪ੍ਰੇਮ ਪਟੋਲਾ ਤੈਸਿਓ ਦਿੱਤਾ, ਢੱਕਣ ਕੋ ਪਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਸੋ ਇਹ ਫਿਰ ਆਪਾਂ ਨੂੰ ਵਿਰਾਗ ਦੀਆਂ ਸਟੇਜਾਂ ਦੱਸੀਆਂ ਨੇ ਜੀ। ਵੀ ਪਹਿਲੀ ਸਟੇਜ ਦਾ ਵਿਰਾਗ ਹੈ, ਦੂਜੀ ਸਟੇਜ ਦਾ ਵਿਰਾਗ ਹੈ, ਤੀਜੀ ਸਟੇਜ ਦਾ ਵਿਰਾਗ ਹੈ, ਚੌਥੀ ਸਟੇਜ ਦਾ ਵਿਰਾਗ ਹੈ। ਹਾਂਜੀ, ਹੋਰ ਕੋਈ ਗੁਰਮੁਖ ਵਾਹਿਗੁਰੂ? ਵਾਹਿਗੁਰੂ ਜੀ, ਪਰਸੋਂ ਦਾ ਕਥਾ ਸੁਣ ਰਹੇ ਸੀਗੇ ਕਥਾ ਹੀ। ਹਾਂਜੀ। ਉਹਦੇ ਵਿੱਚ ਇੱਕ ਮਤਲਬ ਰਮਾਇਣ ਲੋਕ ਆਈ ਸੀਗੀ ਕਿ ਪਹਿਲਾਂ ਮੁਫਤ ਲਗਾ ਖਾਣ ਦੋਸਤ, ਫਿਰ ਮਾਂ ਬਾਪ ਕੇ ਕੋਲ। ਹਾਂਜੀ। ਪੂਰਾ ਹੈ ਕਿ ਬੱਚੇ ਦਾ ਜਿਵੇਂ ਜੀਵਨ ਸ਼ੁਰੂ ਹੁੰਦਾ, ਸ਼ੁਰੂ ਤੋਂ ਲੈ ਕੇ ਸਕੂਲ ਤੱਕ ਜਾਂਦਾ, ਉਹਦੇ ਵਿੱਚ ਮੂੰਹ ਦੀ ਗੱਲ ਆਈ ਸੀ। ਹਾਂਜੀ। ਮਤਲਬ ਬੱਚਾ ਮੂੰਹ ਪਾਉਂਦਾ ਸਾਡੇ ਨਾਲ, ਤੇ ਮਾਂ ਨਾਲ, ਭੈਣ ਭਰਾਵਾਂ ਨਾਲ। ਹਾਂਜੀ। ਜਦੋਂ ਵੱਡੇ ਹੋਵਾਂਗੇ ਤੇ ਸਭ ਨਾਲ ਵਿਚਰਨਾ ਹੈ, ਪੂਰੀ ਜ਼ਿੰਦਗੀ ਸਭ ਦੇ ਨਾਲ ਵਿਚਰਨਾ ਹੈ, ਸਭ ਨਾਲ ਗੱਲਬਾਤ ਕਰਨੀ ਹੈ ਜੀ। ਉਹ ਕੀ ਹੋਇਆ ਕਿ ਜਿਵੇਂ ਅਸੀਂ ਇਹਨਾਂ ਤੋਂ ਤੋੜਨਾ ਹੈ, ਜਿਵੇਂ ਤੁਸੀਂ
ਖਾਣਾ ਪੀਣਾ ਵੀ ਨਾਲ ਉਹਨਾਂ ਦੇ, ਗਾਣਾ ਵੀ ਨਾਲ ਉਹਨਾਂ ਦੇ, ਤੇ ਮੂੰਹ ਵੀ ਨਹੀਂ ਰੱਖਣਾ ਹੈ। ਉਹ ਕੀ ਉਹਦਾ ਕੁਛ ਸਮਝ ਨਹੀਂ ਆਇਆ ਸੀਗਾ ਜੀ ਕਿ ਮਤਲਬ ਮੂੰਹ ਕਿਵੇਂ ਅਸੀਂ ਇਹਨਾਂ ਦਾ ਸਿਸਟਮ ਪਾ ਕੇ ਰੱਖੀਏ। ਹਾਂਜੀ, ਇਹਦੇ ਵਿੱਚ ਆਪਾਂ ਨੂੰ ਗੁਰਬਾਣੀ 'ਚ ਇਹ ਦੱਸਿਆ ਜੀ ਵੀ ਸਭ ਤੋਂ ਪਹਿਲਾਂ ਜਿਵੇਂ ਹੀ ਆਪਾਂ ਇਸ ਸੰਸਾਰ ਦੇ ਵਿੱਚ ਆਉਂਦੇ ਹਾਂ, ਇਹ ਜਿਹੜਾ ਮੋਹ ਹੈ, ਮੋਹ ਕੰਮ ਕਰਨਾ ਸ਼ੁਰੂ ਕਰਦਾ ਹੈ, ਕਿਉਂਕਿ ਇਹਨਾਂ ਪੰਜਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਤਾਕਤਵਰ ਹੈ ਉਹ ਮੋਹ ਹੈ। ਇਹ ਸਭ ਤੋਂ ਪਹਿਲਾਂ ਲੱਗਦਾ ਹੈ ਮੋਹ, ਤੇ ਸਭ ਤੋਂ ਬਾਅਦ ਚੋਂ ਜਾਂਦਾ, ਬਾਕੀ ਇਹ ਚਾਰੇ ਚਲੇ ਜਾਂਦੇ ਨੇ। ਇਹ ਮੋਹ ਇੰਨਾ ਖਤਰਨਾਕ ਹੈ, ਇੰਨਾ ਜ਼ਬਰਦਸਤ ਹੈ, ਇਹ ਐਸਾ ਪਕੜਦਾ ਸਾਡੇ ਮਨ ਨੂੰ, ਇਹ ਛੱਡਦਾ ਨਹੀਂ ਹੈ ਛੇਤੀ ਕਰਕੇ, ਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਅਸੀਂ ਜਿਸ ਨਾਲ ਮੋਹ ਕਰਦੇ ਹਾਂ, ਅਸੀਂ ਕਹਿੰਦੇ ਹਾਂ ਅਸੀਂ ਪ੍ਰੇਮ ਕਰ ਰਹੇ ਹਾਂ, ਸਾਡਾ ਪਿਆਰ ਹੈ, ਤੇ ਅਸਲ ਦੇ ਵਿੱਚ ਉਹ ਮੋਹ ਹੀ ਹੁੰਦਾ ਹੈ। ਸੋ ਇਸੇ ਕਰਕੇ ਫਿਰ ਮਹਾਰਾਜ ਦੱਸਦੇ, ਕਹਿੰਦੇ ਮੋਲ ਮੋਹ ਕਰਤੇ ਜਗਤ ਪਾਇਆ, ਵੀ ਸਭ ਤੋਂ ਪਹਿਲਾਂ ਜਿਉਂ ਹੀ ਅਸੀਂ ਜਗਤ ਦੇ ਵਿੱਚ ਆਏ, ਸਾਨੂੰ ਇਹ ਮੋਹ ਦੀ ਫਾਸੀ ਪੈਂਦੀ ਹੈ, ਜਿਸ ਨੂੰ ਮਹਾਰਾਜ ਕਹਿੰਦੇ ਫਿਰ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਈ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਵੀ ਉਹ ਫਿਰ ਅੱਗੇ ਦੀ ਅੱਗੇ ਵਸਤਾਂ ਦੱਸੀਆਂ ਜਾਂਦੀਆਂ, ਵੀ ਸਭ ਤੋਂ ਪਹਿਲਾਂ ਜਾਣੀ ਦੀ ਇਹ ਸਾਡੇ ਮਨ ਨੂੰ ਮੋਹ ਲੱਗਦਾ ਹੈ। ਤੇ ਮੋਹ ਦੇ ਵਿੱਚ ਇਹ ਹੁੰਦਾ ਹੈ ਜੀ ਵੀ ਜਦੋਂ ਅਸੀਂ ਮੋਹ ਪਾਉਂਦੇ ਹਾਂ, ਫਿਰ ਉਹਨੂੰ ਅਸੀਂ ਆਪਦਾ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਵੀ ਸਾਡਾ ਹੈ, ਤੇ ਫਿਰ ਜੇ ਉਹਨੂੰ ਕੋਈ ਤਕਲੀਫ ਹੁੰਦੀ ਹੈ, ਉਸ ਤਕਲੀਫ ਨੂੰ ਅਸੀਂ ਆਪਦੇ ਉੱਤੇ ਲਾਉਂਦੇ ਹਾਂ, ਤੇ ਉਹ ਮੋਹ ਦੀ ਫਾਸੀ ਸਾਡੇ ਗਲ ਦੇ ਵਿੱਚ ਪੈ ਜਾਂਦੀ ਮਨਾਂ ਤੇ, ਜਿਸ ਨੂੰ ਮਹਾਰਾਜ ਕਹਿੰਦੇ ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਅਤ ਤ੍ਰਿਖਣ ਮੋਹ ਕੀ ਭਾਸ। ਹੁਣ ਜੇ ਆਪਾਂ ਨੂੰ ਗਿਆਨ ਹੋਏਗਾ, ਜੇ ਆਪਾਂ ਨੂੰ ਸੋਝੀ ਹੋਏਗੀ, ਫਿਰ ਅਸੀਂ ਮੋਹ ਦੇ ਵਿੱਚ ਨਹੀਂ ਵੱਜਾਂਗੇ, ਮੋਹ ਦੇ ਵਿੱਚ ਵੱਜ ਕੇ ਅਸੀਂ ਬੰਧਨਾਂ 'ਚ ਪੈ ਜਾਂਦੇ ਹਾਂ। ਸੋ ਇਸ ਵਾਸਤੇ ਫਿਰ ਅਸੀਂ ਮਾਲਕ ਦਾ ਰੂਪ ਸਮਝਾਂਗੇ ਤੁਹਾਨੂੰ, ਵੀ ਸਾਡੇ ਜੋ ਵੀ ਪਰਿਵਾਰ ਦੇ ਵਿੱਚ ਜੀਵ ਆਇਆ ਹੈ, ਸਾਡਾ ਪਿਛਲਾ ਸੰਜੋਗੀ ਹੈ, ਵੀ ਮਾਲਕ ਨੇ ਭੇਜਿਆ ਹੈ, ਬਈ ਇਹ ਸਾਡਾ ਸਿਰਫ ਸੰਜੋਗ ਹੈ, ਤੇ ਅਸੀਂ ਮਾਲਕ ਦਾ ਰੂਪ ਜਾਣ ਕੇ ਉਹਦੀ ਸੇਵਾ ਕਰਾਂਗੇ, ਉਹਦੇ ਨਾਲ ਜੇ ਪ੍ਰੇਮ ਵੀ ਕਰਾਂਗੇ ਤਾਂ ਵੀ ਮਾਲਕ ਦਾ ਰੂਪ ਜਾਣ ਕੇ ਕਰਾਂਗੇ, ਇਸ ਕਰਕੇ ਨਹੀਂ ਕਰਾਂਗੇ ਵੀ ਸਾਡਾ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਇਹੋ ਅੰਤਰ ਹੁੰਦਾ ਹੈ ਗੁਰਮੁਖ ਦੇ ਵਿੱਚ ਤੇ ਮਨਮੁਖਾਂ ਦੇ ਵਿੱਚ। ਮਹਾਰਾਜ ਕਹਿੰਦੇ ਧੀਆਂ ਪੂਤ ਸੰਜੋਗ, ਮਨਮੁਖ ਜਾਣੇ ਆਪਣੇ, ਵੀ ਜਿਹੜਾ ਤਾਂ ਮਨਮੁਖ ਉਹ ਤਾਂ ਕਹਿੰਦਾ ਮੇਰੇ ਨੇ, ਤੇ ਮਹਾਰਾਜ ਕਹਿੰਦੇ ਵੀ ਤੁਹਾਡੇ ਨਹੀਂ, ਇਹ ਸੰਜੋਗ ਆ ਪਿਛਲੇ ਜਨਮਾਂ ਦੇ, ਅਸੀਂ ਸੰਜੋਗੀ ਇਕੱਠੇ ਹੁੰਦੇ ਹਾਂ, ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤਰ, ਇਹ ਸਭ ਅਸੀਂ ਸੰਜੋਗੀ ਹਾਂ। ਜੇ ਅਸੀਂ ਆਖੀਏ ਵੀ ਇਹਨਾਂ ਦੇ ਵਿੱਚੋਂ ਸਾਡਾ ਅੱਗੇ ਕੋਈ ਸਾਥ ਦੇਵੇਗਾ, ਸਾਥ ਕਿਸੇ ਨੇ ਨਹੀਂ ਦੇਣਾ, ਨਾ ਤਾਂ ਆਪਾਂ ਕਿਸੇ ਦਾ ਦਿੱਤਾ ਤੇ ਨਾ ਹੀ ਆਪਣਾ ਕਿਸੇ ਨੇ ਦੇਣਾ। ਜਿਵੇਂ ਹੁਣ ਸੰਸਾਰ ਦੇ ਵਿੱਚ ਜਿਹੜੇ ਜੀਵ ਚਲੇ ਗਏ ਆਪਣੇ, ਆਪਾਂ ਕਿਹੜਾ ਉਹਨਾਂ ਦਾ ਸਾਥ ਦਿੱਤਾ, ਜਾਂ ਆਪਾਂ ਕਿਹੜਾ ਉਹਨਾਂ ਦਾ ਅੱਗੇ ਪੁੱਛਿਆ ਵੀ ਕਿੱਥੇ ਗਏ ਨੇ। ਸੋ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਆਪਾਂ ਜਾਵਾਂਗੇ ਆਪਣਾ ਵੀ ਕਿਸੇ ਨੇ ਸਾਥ ਨਹੀਂ ਦੇਣਾ। ਮਹਾਰਾਜ ਦੱਸਦੇ ਆਪਾਂ ਨੂੰ, ਕਹਿੰਦੇ ਵੀ ਇਹ ਸਿਰਫ ਅਸੀਂ ਪਿਛਲੇ ਜਨਮਾਂ ਦੇ ਸੰਜੋਗੀ ਹਾਂ। ਮਾਤ ਪਿਤਾ ਸੁਤ ਬੰਧਪ ਇਸ਼ਟ ਮੀਤ ਔਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਵੀ ਅੰਤ ਸਮੇਂ ਅਸੀਂ ਕਿਸੇ ਨਾਲ ਵੀ ਸਾਡੇ ਕਿਸੇ ਨੇ ਸਹਾਈ ਨਹੀਂ ਹੋਣਾ। ਸੋ ਇਸ ਵਾਸਤੇ ਜੀ ਫਿਰ ਜਦੋਂ ਆਪਾਂ ਸਿਮਰਨ ਅਭਿਆਸ ਕਰਦੇ ਹਾਂ ਇਕੱਠੇ ਹੋ ਕੇ, ਇਹ ਜਿਹੜੀ ਮੋਹ ਦੀ ਫਾਸੀ ਸਾਡੇ ਗਲਾਂ 'ਚ ਪਈ ਹੈ, ਇਹ ਆਪਾਂ ਫਾਸੀ ਨੂੰ ਫਿਰ ਕੱਟਦੇ ਹਾਂ ਸਿਮਰਨ ਕਰਕੇ। ਜਦੋਂ ਆਪਾਂ ਇਕੱਠੇ ਹੋ ਕੇ ਸਾਰੇ ਅਭਿਆਸ ਕਰਦੇ ਹਾਂ, ਉਦੋਂ ਫਿਰ ਗੁਰਬਾਣੀ 'ਚ ਕਹਿੰਦੇ ਵੀ ਇਹ ਸਾਰੇ ਗੁਰਮੁਖ, ਇਹ ਮਨ, ਇਹ ਭਗਤ ਇਕੱਠੇ ਹੋ ਕੇ ਇਸ ਮੋਹ ਦੀ ਫਾਸੀ ਨੂੰ ਕੱਟ ਰਹੇ ਨੇ। ਮਹਾਰਾਜ ਕਹਿੰਦੇ ਭਗਵਤ ਭੀਰ ਸਖਤ ਸਿਮਰਨ ਕੀ, ਕਾਟੀ ਕਾਲ ਪੈ ਫਾਸੀ। ਹੁਣ ਜਿਉਂ-ਜਿਉਂ ਆਪਾਂ ਸਿਮਰਨ ਵਧਾਵਾਂਗੇ, ਨਾਲ ਨਾਲ ਆਪਾਂ ਨੂੰ ਗਿਆਨ ਸੋਝੀ ਹੋਏਗੀ, ਫਿਰ ਉਹ ਮੋਹ ਨਹੀਂ ਰਹਿੰਦਾ ਹੈ, ਫਿਰ ਉਹ ਆਤਮਕ ਪ੍ਰੇਮ ਬਣ ਜਾਂਦਾ ਹੈ। ਆਤਮਕ ਪ੍ਰੇਮ ਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ, ਜਿੱਥੇ ਮੋਹ ਹੁੰਦਾ ਉਹਦੇ ਵਿੱਚ ਸਵਾਰਥ ਹੁੰਦਾ ਹੈ। ਹੁਣ ਜੇ ਜੀਵ ਸਿਮਰਨ ਭਗਤੀ ਨਹੀਂ ਕਰਦਾ, ਉਹਦਾ ਹੁੰਦਾ ਸਵਾਰਥੀ। ਜਿਵੇਂ ਬੱਚਾ ਹੈ, ਉਹਨੂੰ ਵੀ ਸਵਾਰਥ ਹੁੰਦਾ ਮਾਂ ਪਿਓ ਤੱਕ, ਤੇ ਮਾਂ ਪਿਓ ਨੂੰ ਵੀ ਸਵਾਰਥ ਹੁੰਦਾ ਬੱਚੇ ਤੱਕ। ਇਸ ਕਰਕੇ ਫਿਰ ਇਹ ਸੰਸਾਰ ਦਾ ਜਿਹੜਾ ਪਿਆਰ ਸਵਾਰਥ ਵਾਲਾ, ਤਾਂਹੀਓ ਇਸ ਨੂੰ ਝੂਠਾ ਕਹਿੰਦੇ ਗੁਰਬਾਣੀ 'ਚ। ਮਹਾਰਾਜ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ,
ਆਪਣੇ ਸੁੱਖ ਸਿਉ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਵੀ ਇੱਥੇ ਜੀਵ ਸਿਰਫ ਝੂਠੇ ਬੰਧਨਾਂ 'ਚ ਮੋਹ ਦੇ ਵਿੱਚ ਇੱਕ ਦੂਸਰੇ ਨਾਲ ਸਵਾਰਥ ਕਰਕੇ ਬੱਝੇ ਹੋਏ ਨੇ, ਜੁੜੇ ਹੋਏ ਨੇ। ਹੋਰ ਆਤਮਿਕ ਪ੍ਰੇਮ ਨਹੀਂ ਹੈ। ਜਿਹੜਾ ਆਤਮਿਕ ਪ੍ਰੇਮ ਹੁੰਦਾ ਹੈ, ਜੋ ਸੰਸਾਰ ਦੇ ਵਿੱਚ ਜੀਵਤ ਕਰਦੇ ਤਾਂ ਮੋਹ ਹੀ ਨੇ। ਕਹਿੰਦੇ ਅਸੀਂ ਪ੍ਰੇਮ ਕਰਦੇ ਹਾਂ। ਪ੍ਰੇਮ ਜਿਹੜਾ ਹੁੰਦਾ ਹੈ, ਪ੍ਰੇਮ ਦੇ ਵਿੱਚ ਕੋਈ ਮੰਗ ਨਹੀਂ ਹੁੰਦੀ, ਪ੍ਰੇਮ ਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ। ਜਿਵੇਂ ਆਪਾਂ ਹੁਣ ਇਸ ਮਾਰਗ ਦੇ ਉੱਤੇ ਚੱਲਦੇ ਹਾਂ, ਪਰਮਾਤਮਾ ਦੇ ਨਾਲ ਵੀ ਜਦੋਂ ਆਪਾਂ ਪ੍ਰੇਮ ਕਰਦੇ ਹਾਂ, ਉਹਦੇ ਵਿੱਚ ਗੁਰਮੁਖਾਂ ਨੇ ਕੋਈ ਮੰਗ ਜਾਂ ਕੋਈ ਸਵਾਰਥ ਨਹੀਂ ਰੱਖਿਆ। ਉਹਨਾਂ ਨੇ ਆਖਿਆ ਵੀ ਬੇਸ਼ੱਕ ਸਾਨੂੰ ਰੁੱਖਾ ਭੋਜਨ ਮਿਲ ਜੇ, ਸਾਨੂੰ ਧਰਤੀ ਤੇ ਭੁੰਜੇ ਸੋਨਾ ਮਿਲ ਜੇ, ਪਰ ਸਾਡਾ ਤੇਰੇ ਨਾਲ ਪ੍ਰੇਮ ਬਣਿਆ ਰਵੇ, ਸਾਡੀ ਪ੍ਰੀਤ ਨਾ ਤੇਰੇ ਨਾਲੋਂ ਟੁੱਟੇ। ਮਹਾਰਾਜ ਕਹਿੰਦੇ ਰੁੱਖੋ ਭੋਜਨ ਭੂਮ ਸੈਨ, ਸਖੀ ਭਰਿਆ ਸੰਗ ਸੁਖ ਬਿਹਾਤ। ਵੀ ਇਹ ਹੈ ਪ੍ਰੇਮ ਦਾ ਮਾਰਗ, ਵੀ ਇਹ ਹੈ ਆਤਮਿਕ ਪ੍ਰੇਮ, ਜਿਹਦੇ ਵਿੱਚ ਸਵਾਰਥ ਨਹੀਂ ਹੋਏਗਾ, ਉਹ ਸਾਡਾ ਧੁਰ ਤੱਕ ਨਿਭ ਜਾਂਦਾ ਹੈ। ਜਿਹਦੇ ਵਿੱਚ ਸਵਾਰਥ ਹੁੰਦਾ ਹੈ, ਉਹ ਤਾਂਹੀਓ ਨਿਭਦਾ ਨਹੀਂ। ਤਾਂਹੀਓ ਆਪਾਂ ਸੰਸਾਰ 'ਚ ਦੇਖਦੇ ਹਾਂ, ਭਰਾ ਭਰਾ ਆਪਸ ਵਿੱਚ ਲੜ ਪੈਂਦੇ, ਪਿਓ ਪੁੱਤ ਆਪਸ ਵਿੱਚ ਲੜ ਪੈਂਦੇ, ਔਰਤ ਮਰਦ ਉਹ ਆਪਸ ਵਿੱਚ ਲੜ ਪੈਂਦੇ, ਸੰਗੀ ਸਾਥੀ ਲੜ ਪੈਂਦੇ, ਸਭ ਅੱਡੋ ਅੱਡ ਹੋ ਜਾਂਦੇ। ਉਹ ਕੀ ਹੈ? ਉਹ ਸਾਡਾ ਸਵਾਰਥ ਹੈ। ਸੋ ਇਸ ਵਾਸਤੇ ਜੀ ਇਹਦੇ ਵਿੱਚੋਂ ਫਿਰ ਮੋਹ ਦਿਓ ਅਸੀਂ ਉੱਠ ਸਕਦੇ ਉੱਪਰ। ਬਈ ਜਦੋਂ ਅਸੀਂ ਫਿਰ ਇਹੀਓ ਮੋਹ ਪਰਮਾਤਮਾ ਦੇ ਨਾਲ ਪਾਲਾਂਗੇ, ਨਿਰੰਕਾਰ ਦੇ ਨਾਲ ਪਾਲਾਂਗੇ, ਫਿਰ ਇੱਧਰੋਂ ਸਾਡਾ ਮੋਹ ਮਾਇਆ ਦੇ ਨਾਲੋਂ ਖਤਮ ਹੋ ਕੇ ਉਹੀਓ ਪਰਮਾਤਮਾ ਦੇ ਨਾਲ ਪੈ ਜਾਂਦਾ ਹੈ। ਜਿਵੇਂ ਹੁਣ ਪਹਿਲਾਂ ਸਾਡੇ ਮਨ ਨੂੰ ਇਹ ਮਾਇਆ ਮੋਹ ਲੈਂਦੀ ਹੈ, ਫਿਰ ਜਦੋਂ ਆਪਾਂ ਮਾਲਕ ਦੇ ਸਨਮੁਖ ਹੋ ਜਾਂਦੇ, ਪਰਮਾਤਮਾ ਨੂੰ ਦੇਖਦੇ ਹਾਂ, ਜਿਉਂ-ਜਿਉਂ ਉਹਨੂੰ ਦੇਖਾਂਗੇ ਉਹ ਸਾਡੇ ਮਨ ਨੂੰ ਮੋਹ ਲੈਂਦਾ ਹੈ। ਜਿਵੇਂ ਮਾਇਆ ਵੀ ਇਹ ਮੋਹਦੀ ਹੈ ਸਾਡੇ ਮਨ ਨੂੰ, ਇਹਨੂੰ ਦੇਖ ਦੇਖ ਕੇ ਆਪਾਂ ਇਹਦੇ ਨਾਲ ਪ੍ਰੇਮ ਪਾ ਲੈਂਦੇ ਹਾਂ, ਇਹ ਸਾਡੇ ਮਨ ਨੂੰ ਮੋਹ ਲੈਂਦੀ ਹੈ। ਫਿਰ ਇਸੇ ਤਰ੍ਹਾਂ ਹੀ ਮਾਲਕ ਆਪਣੇ ਮਨ ਨੂੰ ਮੋਹ ਲੈਂਦਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਮੋਹਨ ਮੋਹ ਲਿਆ ਮਨ ਮੇਰਾ। ਵੀ ਜਿਹੜਾ ਮਾਲਕ ਸੀ ਉਹਨੇ ਸਾਡੇ ਮਨ ਨੂੰ ਮੋਹ ਲਿਆ। ਮੋਹਿਆ ਕਿਵੇਂ? ਵੀ ਜਦੋਂ ਦੇਖਿਆ, ਦੇਖ ਦੇਖ ਕੇ ਫਿਰ ਆਪਣੀ ਜਿਹੜੀ ਪ੍ਰੀਤ ਸੀ ਉਹ ਪ੍ਰੀਤ ਮਾਲਕ ਦੇ ਨਾਲ ਬਣ ਆਉਂਦੀ ਹੈ, ਮਾਲਕ ਦੇ ਨਾਲ ਪੈ ਜਾਂਦੀ ਹੈ। ਇਸ ਵਾਸਤੇ ਫਿਰ ਆਪਾਂ ਜੀ ਇਹ ਕੋਸ਼ਿਸ਼ ਕਰਨੀ ਬਈ ਮਾਲਕ ਦੇ ਸਨਮੁਖ ਹੋਣਾ, ਤੇ ਉਹ ਪ੍ਰੀਤ ਫਿਰ ਜਿਹੜੀ ਮਾਲਕ ਦੀ ਉਹ ਆਪਾਂ ਪਾਉਣੀ, ਤੇ ਫਿਰ ਆਪਣਾ ਜਿਹੜਾ ਉਹਦੇ ਨਾਲ ਫਿਰ ਪਿਆਰ ਪੈ ਜਾਂਦਾ, ਤੇ ਫਿਰ ਇਹ ਆਪਣਾ ਖਤਮ ਹੋ ਜਾਂਦਾ ਹੈ ਨਾ ਜੀ ਇੱਧਰੋਂ ਮੋਹ। ਹਾਂਜੀ, ਹੋਰ ਕੋਈ ਗੁਰਮੁਖ? ਵਾਹਿਗੁਰੂ ਜਿਹੜਾ ਪਿੱਛੇ ਜਿਵੇਂ ਅੱਜ ਨਾਲ ਸਲਾਹ ਹੋਈ ਹੈ, ਵਿਚਾਰ ਹੋਈ ਹੈ, ਤੇ ਇੱਕ ਮਤਲਬ ਬਾਣੀ ਤੁਕ ਹੈਗੀ ਹੈ ਜਿਹੜੀ ਸ਼ਲੋਕ ਮਹਲਾ ਪਹਿਲਾਂ ਮਤਲਬ ਵੱਡਾ ਹੋਆ ਵਿਆਹਿਆ ਚੱਲਿਆ ਆ ਮਾਨ, ਉਹ ਵੀ ਇੱਥੇ ਤੁਕ ਦੇ ਵਿੱਚ ਆਈ ਹੈ ਜਾਂ ਇਹਦਾ ਮਤਲਬ ਇਸ ਬਾਣੀ ਦਾ ਕੁਛ ਹੋ ਰਿਹਾ? ਨਹੀਂ, ਉਹ ਫਿਰ ਪਹਿਲਾਂ ਮਾਸੀਆਂ ਕਰਵਾ ਜੀ 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 ਉਹ ਤਾਂ ਫਿਰ ਏਦਾਂ ਨਾ ਵੀ ਮਾਲਕ ਨੇ ਉੱਥੇ ਗੁਰੂ ਸਾਹਿਬ ਨੇ ਫਿਰ ਮਾਸ ਕਰਕੇ ਸਮਝਾਇਆ ਹੈ ਨਾ ਜੀ, ਵੀ ਜਿਵੇਂ ਉਹ ਮਾਸ ਕਰ ਮੂਰਖ ਝਗੜੇ, ਜਿਵੇਂ ਉਹਦਾ ਫਿਰ ਮਹਾਰਾਜ ਨੇ ਗਿਆਨ ਦਿੱਤਾ ਉਹਦਾ, ਉਹ ਹੋਰ ਗੱਲ ਕੀਤੀ ਹੈ। ਕਰੀਏ ਜੀ ਸਮਾਪਤੀ, ਫਿਰ ਟਾਈਮ ਹੋ ਗਿਆ। ਵਾਹਿਗੁਰੂ। मन को देखना हो तो कैसे देखें? वो आप हाँ जी, ये पूछा था ना जी। नहीं, ये अगर मन को देखना है तो कैसे देखें? मन जो वाले से ऐसा हाँ जी भाई, सब पूछ रहे हैं कि मन को किਵੇਂ देखिए? ਮਨ ਨੂੰ ਦੇਖਣ ਵਾਸਤੇ ਇਹ ਹੁੰਦਾ ਨਾ ਜੀ, ਜਦੋਂ ਆਪਾਂ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ ਤੇ ਉਹ ਫਿਰ ਆਪਣੇ ਮਨ ਦੀ ਜੋਤ ਪ੍ਰਗਟ ਕਰਦੇ ਨੇ, ਹੈ ਨਾ ਜੀ, ਫਿਰ ਆਪਾਂ ਮਨ ਨੂੰ ਦੇਖ ਸਕਦੇ ਹਾਂ।